ਏਪੈਕ ਵੱਲੋਂ, ਹੋਰਨਾਂ ਵੱਲੋਂ। ਤੇ ਇਹਦੇ ਕੋਲ ਮੇਰੇ ਖਿਆਲ ਨਾਲ 15 ਜਾਂ $20 ਮਿਲੀਅਨ ਦੇ ਕਰੀਬ ਪੈਸੇ ਇਹਨੇ ਇਕੱਠੇ ਕੀਤੇ ਸੀ। ਸੋ ਉਹਦੇ 'ਚ ਹੁਣ ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ, ਉਹਨਾਂ ਨੇ ਤਾਂ ਉਹਨੂੰ ਕਨਫਰਮ ਕਰ ਦਿੱਤਾ ਵੀ ਉਹ ਜਿੱਤ ਗਿਆ। ਪਰ ਕਾਫੀ ਲੀਡ ਤੇ ਅੱਗੇ ਜਾ ਰਿਹਾ। 91% ਵੋਟਾਂ ਜਿਹੜੀਆਂ ਕਾਊਂਟ ਹੋ ਗਈਆਂ। ਸੋ ਉਹ ਲੱਗਦਾ ਹੀ ਆ ਵੀ ਉਹ ਜਿਹੜਾ ਆ ਜਿੱਤ ਜਾਊਗਾ। ਉਹਦੀ ਜਿੱਤ ਕਨਫਰਮੇਸ਼ਨ ਹੋ ਜਾਊਗੀ। ABC ਨੇ, CNBC, ਉਹਨਾਂ ਨੇ ਤਾਂ ਸਾਰਿਆਂ ਨੇ ਕਨਫਰਮ ਕਰ ਦਿੱਤਾ। ਹੁਣ ਅਗਲੀ ਫਾਈਟ ਜਿਹੜੀ ਉਹਨਾਂ ਦੀ ਹੋਊਗੀ, ਉਹ ਰਿਪਬਲਿਕਨ ਕੈਂਡੀਡੇਟ ਦੇ ਨਾਲ ਹੋਊਗੀ ਨਵੰਬਰ ਮਹੀਨੇ ਦੇ ਵਿੱਚ। ਸੋ ਇਹ ਦੇਖਦੇ ਆ ਵੀ ਜਿਹੜੀ ਸੈਨੇਟ ਦੇ ਵਿੱਚ ਜੇ ਉਹ ਜਿੱਤ ਕੇ ਜਾਂਦਾ, ਅਬਦੁਲ ਅਲ ਸਈਦ ਤਾਂ ਪਹਿਲਾ ਮੁਸਲਮਾਨ ਹੋਊਗਾ ਅਮਰੀਕਾ ਦੇ ਵਿੱਚ ਜਿਹੜਾ ਇੱਕ ਸੈਨੇਟਰ ਬਣਨ ਜਾ ਰਿਹਾ ਹੈਗਾ ਆ। ਸੋ ਬਹੁਤ ਹੀ ਜ਼ਿਆਦਾ ਜਿਹੜੀ ਇਹ ਫਸਵੀਂ ਟੱਕਰ ਸੀ ਤੇ ਬਹੁਤ ਹੀ ਜ਼ਿਆਦਾ ਪੈਸੇ ਇਸ ਜਿਹੜੀ ਇਲੈਕਸ਼ਨ ਆ ਉਹਦੇ ਉੱਤੇ ਜੋ ਸਪੈਂਡ ਹੋਏ ਸੀ। ਸੋ ਫਾਰ ਐਲ ਸਈਦ ਦੇ ਕੋਲ 48.5% ਆ ਤੇ ਸਟੀਵਨਸ ਜਿਹੜੇ ਇਹਦੇ ਆਪੋਜੀਟ ਸੀ ਉਹਦੇ ਕੋਲ 47.5% ਵੋਟਾਂ ਆ ਤੇ ਹਜੇ 60,000 ਵੋਟਾਂ ਜਿਹੜੀਆਂ ਆ ਉਹ ਨੈਰੋ ਮਾਰਜਨ ਆ। ਸੋ ਉਹ ਜਿਹੜਾ ਕਾਫੀ ਫਰਕ ਆ ਇਹ ਤੋਂ ਆਪਾਂ ਦੇਖ ਸਕਦੇ ਹੈਗੇ ਆ। ਤੇ ਹਜੇ ਵੀ ਕੁਝ ਕੁ ਜਿਹੜੇ ਨਿਊਜ਼ ਆਊਟਲੈਟ ਆ ਉਹਨਾਂ ਨੇ ਕਨਫਰਮ ਨਹੀਂ ਕੀਤਾ, ਪਰ ਓਵਰਆਲ ਇਦਾਂ ਹੀ ਲੱਗ ਰਿਹਾ ਵੀ ਉਹ ਜਿਹੜੇ ਅਗਲੇ ਸੈਨੇਟ ਦੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਐਲ ਸਈਦ ਹੋਣਗੇ। ਇਹ ਜਿਹੜਾ ਐਲ ਸਈਦ ਆ ਇਹ ਪ੍ਰੋਗਰੈਸਿਵ ਆ। ਅਬਦੁਲ ਸਈਦ, ਸੌਰੀ ਮੈਂ ਜੀ ਐਲ ਸਈਦ ਕਹਿਤਾ, ਅਬਦੁਲ ਐਲ ਸਈਦ ਪ੍ਰੋਗਰੈਸਿਵ ਆ ਤੇ ਬਰਨੀ ਸੈਂਡਰਸ, ਇਹਨਾਂ ਸਾਰਿਆਂ ਨੇ, ਰੋ ਖੰਨਾ, ਕਾਰਟੇਜ ਜਿਹੜੀ ਆ, ਇਹਨਾਂ ਸਾਰਿਆਂ ਨੇ ਇਹਦੀ ਜਿਹੜੀ ਸਪੋਰਟ ਕੀਤੀ ਸੀ। ਜੀ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਟ ਪਾਰਟੀ ਦੇ ਵਿੱਚ ਇੱਕ ਜਿਹੜਾ ਸਟੋਰਮ ਆ ਲੰਮੇ ਚਿਰ ਤੋਂ ਬਰੂ ਹੋ ਰਿਹਾ ਆ ਵੀ ਉਹ ਸਾਹਮਣੇ ਇਸ ਦੇ ਵਿੱਚ ਹੈਗਾ ਆ ਐਸਟੈਬਲਿਸ਼ਮੈਂਟ ਵਰਸਸ ਪ੍ਰੋਗਰੈਸਿਵ ਜਿਹੜਾ ਲਾਣਾ ਆ ਉਹਦੇ ਵਿੱਚ ਸੇਮ ਜਿਸ ਤਰੀਕੇ ਦੇ ਨਾਲ ਟਰੰਪ ਹੋਣਾ ਦਾ ਸਟੈਂਸ ਸੀਗਾ ਰਿਪਬਲਿਕਨ ਪਾਰਟੀ 'ਚ ਐਂਟੀ ਐਸਟੈਬਲਿਸ਼ਮੈਂਟ ਤੋਂ ਬਾਅਦ ਦੇ ਵਿੱਚ ਉਹ ਇੱਕ ਆਊਟਸਾਈਡਰ ਦੇ ਤੌਰ ਦੇ ਉੱਤੇ ਆਏ ਸੀ ਤੇ ਹੁਣ ਉਹਨਾਂ ਦਾ ਪੂਰਾ ਕੰਟਰੋਲ ਆ। ਡੈਮੋਕ੍ਰੇਟ ਪਾਰਟੀ ਦੇ ਵਿੱਚ ਲਗਾਤਾਰ ਪ੍ਰੋਗਰੈਸਿਵਸ ਦੀ ਜਿਹੜੀ ਪ੍ਰਾਇਮਰੀਜ਼ ਦੇ ਵਿੱਚ ਤੇ ਓਵਰਆਲ ਜਿਹੜੀਆਂ ਜਿੱਤਾਂ ਆ ਇਹ ਕਾਫੀ ਕੁਛ ਦੇਸ਼ ਦੇ ਬਦਲਦੇ ਖਿਆਲਾਂ ਨੂੰ ਲੈ ਕੇ ਵੀ ਜਿਹੜੇ ਲੋਕ ਆ ਉਹ ਉਸ ਨੂੰ ਦੇਖ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਕੀ ਅਸਰ ਆ, ਕਿਵੇਂ ਜਿਹੜਾ ਉਹ ਹੋਊਗਾ, ਇਹ ਆਉਣ ਵਾਲਾ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਪਤਾ ਜਿਹੜਾ ਉਹ ਲੱਗ ਜਾਣਾ ਆ। ਪਰ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਵੀ ਹੁਣ ਮੁੜ ਵਿਚਾਰਨ ਦੇ ਉੱਤੇ ਉਹਨਾਂ ਨੂੰ ਵਿਚਾਰਨਾ ਪੈ ਰਿਹਾ ਹੈ ਮੁੜ ਕੇ ਦੁਬਾਰਾ ਵੀ ਆਪਾਂ ਨੂੰ ਪਾਲਿਸੀਜ਼ ਜਿਹੜੀਆਂ ਹੁਣ ਕਿਸ ਤਰੀਕੇ ਦੀਆਂ ਰੱਖਣੀਆਂ ਚਾਹੀਦੀਆਂ ਆ। ਖਾਸ ਕਰਕੇ ਜਿੱਦਾਂ ਤੁਸੀਂ ਬਰਨੀ ਸੈਂਡਰਸ AOC ਦਾ ਹੁਣ ਮਮਦਾਨੀ ਹੋ ਗਿਆ ਤੇ ਇਹ ਜਿਹੜੇ ਵੱਡੇ ਨਾਮ ਆ ਪ੍ਰੋਗਰੈਸਿਵ ਕਹਿ ਲਓ ਵੀ ਫਰੰਟ ਦੇ ਉਹ ਸਾਹਮਣੇ ਆ ਰਹੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸ਼ੇਪ ਆਊਟ ਜਿਹੜੀਆਂ ਹੋ ਰਹੀਆਂ ਆ ਪੋਲੀਟੀਕਲ ਇਸ ਲੈਂਡਸਕੇਪ ਦੇ ਉੱਤੇ। ਅਗਲੀ ਇਹ ਤੋਂ ਬਾਅਦ ਰਾਜਕਵੀ ਸਿੰਘ ਕੁਝ ਹੋਰ ਵੀ ਇਲੈਕਸ਼ਨਾਂ ਹੋਈਆਂ ਸੀ, ਉਹਦੇ ਵੀ ਥੋੜੀ ਜਿਹੀ ਆਪਾਂ ਅਪਡੇਟ ਕਰਦੇ ਜਾਈਏ ਤਾਂ ਕਿ ਸਰੋਤਿਆਂ ਨੂੰ ਪਤਾ ਲੱਗ ਜਾਏ। ਮਜ਼ੂਰੀ ਦੇ ਵਿੱਚ ਜਿਹੜੇ ਡੈਮੋਕ੍ਰੈਟਿਕ ਪ੍ਰੋਗਰੈਸਿਵ ਆ ਉਹ ਲੂਜ਼ ਆਊਟ ਹੋਇਆ। ਸੋ ਪ੍ਰੋਗਰੈਸਿਵ ਡੈਮੋਕ੍ਰੇਟ ਕੋਰੀ ਬੁਸ਼ ਜੋ ਕਿ ਇਜ਼ਰਾਈਲ ਦੇ ਜੈਨੋਸਾਈਡ ਵਾਰ ਦਾ ਕ੍ਰਿਟਿਕ ਹੈਗਾ ਆ, ਕ੍ਰਿਟਿਕ ਸੀਗੀ, ਉਹ ਲੂਜ਼ ਕਰ ਗਈ ਹੈਗੀ ਆ। ਪ੍ਰੋ ਇਜ਼ਰਾਈਲ ਸੁਪਰ ਪੈਕ ਨੇ $8 ਮਿਲੀਅਨ ਹੋਰ ਸਪੈਂਡ ਕੀਤਾ ਸੀ। ਸੋ ਉਹਨਾਂ ਦੇ ਅਗੇਂਸਟ ਜਿਹੜਾ ਉਹ ਕੈਂਡੀਡੇਟ ਜਿੱਤ ਗਿਆ ਹੈਗਾ। ਕੈਂਸਸ ਦੇ ਵਿੱਚ ਜੋ ਡੈਮੋਕ੍ਰੈਟਿਕ ਹੈਮਿਲਟਨ ਆ ਉਹ ਰਿਪਬਲਿਕਨ ਮਾਰਸ਼ਲ ਨੂੰ ਨਵੰਬਰ ਮਹੀਨੇ ਦੇ ਵਿੱਚ ਜੋ ਆ ਉਹ ਇੱਕ ਤਰ੍ਹਾਂ ਦੇ ਨਾਲ ਫੇਸ ਕਰੂਗਾ। ਵਾਸ਼ਿੰਗਟਨ ਸਟੇਟ ਦੇ ਵਿੱਚ ਆਲ ਪਾਰਟੀ ਪ੍ਰਾਇਮਰੀ ਹੁੰਦੀ ਆ ਤੇ ਇਹਦੇ ਵਿੱਚ ਵੀ ਜਿਹੜੇ ਆ ਇਨਕੰਬੈਂਟ ਡੈਮੋਕ੍ਰੇਟ ਸੂਜ਼ਨ ਡੈਲਵੇ ਨੇ ਉਹ ਲੀਡ ਕਰ ਰਹੀ ਹੈ 54.5% ਵੋਟਾਂ ਦੇ ਨਾਲ। ਰਿਪਬਲਿਕਨ ਮੈਰੀ ਸਿਲਵਾ ਦੇ ਕੋਲ 27% ਸਿਰਫ ਵੋਟਾਂ ਹੈਗੀਆਂ ਆ। ਸੋ ਵੋਟਾਂ ਹਜੇ 53% ਕਾਊਂਟ ਹੋਣੀਆਂ, ਬਾਕੀ ਜਿਹੜਾ 53% ਕਾਊਂਟ ਹੋਈਆਂ, ਬਾਕੀ ਰਹਿੰਦੀਆਂ ਆ। ਸੋ ਇਹ ਜਿਹੜਾ ਇਥੋਂ ਆਪਾਂ ਦੇਖ ਸਕਦੇ ਹਾਂ ਵੀ ਕਾਫੀ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਰਿਜ਼ਲਟਸ ਆਏ ਆ, ਪ੍ਰੋਗਰੈਸਿਵ ਕੈਂਡੀਡੇਟਸ ਕਾਫੀ ਸਟਰੋਂਗ ਨਿਕਲੇ ਆ ਜਾਂ ਜਿੱਤੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਰਾਸ਼ਟਰਪਤੀ ਟਰੰਪ ਹੋਣਾ ਇਹ ਦਾਅਵਾ ਕਰ ਰਹੇ ਆ ਵੀ ਜਿਹੜਾ ਸਟ੍ਰੇਟ ਆਫ ਹਾਰਮੁਜ਼ ਦੀ ਡੀਲ ਆ ਅੱਜ ਭਲਕੇ ਦੇ ਵਿੱਚ ਹੋ ਜਾਊਗੀ। ਜਦੋਂ ਸਟਾਕ ਮਾਰਕੀਟ ਥੱਲੇ ਜਾਣ ਲੱਗਦੀ ਆ ਉਦੋਂ ਫਿਰ ਟਰੰਪ ਹੋਣਾ ਦਾ ਇਦਾਂ ਦਾ ਬਿਆਨ ਆ ਜਾਂਦਾ, ਫਿਰ ਮਾਰਕੀਟ ਛਾਲਾਂ ਮਾਰਨ ਲੱਗ ਜਾਂਦੀ ਆ।
ਮਨੀ ਸੋਹਣੀ ਜਿਹੜੀ ਉਹ ਬਣ ਜਾਂਦੀ ਹੈ ਤੇ ਫਿਰ ਪਤਾ ਲੱਗਦਾ ਆ ਨਾ ਜੰਗ ਰੁਕੀ ਤੇ ਨਾ ਡੀਲ ਬਣੀ। ਸੋ ਹੁਣ ਇਹ ਐਗਰੀਮੈਂਟ ਅਸਲ 'ਚ ਐਗਰੀਮੈਂਟ ਆ ਜਾਂ ਹਵਾਈ ਐਗਰੀਮੈਂਟ ਆ, ਇਹ ਜਿਹੜਾ ਆਉਣ ਵਾਲਾ ਸਮਾਂ ਪਤਾ ਲੱਗੇਗਾ। ਥੋੜੇ ਦਿਨ ਪਹਿਲਾਂ ਓਮਾਨ ਨੇ ਵੀ ਜਿਹੜਾ ਸਟੇਟ ਆਫ ਹਾਰਮੋਜ਼ ਨੂੰ ਲੈ ਕੇ ਈਰਾਨ ਦੇ ਨਾਲ ਸਮਝੌਤੇ ਦੀ ਪ੍ਰਪੋਜ਼ਲ ਜਿਹੜਾ ਉਹ ਪੇਸ਼ਕਸ਼ ਕੀਤਾ ਸੀ, ਜਿਸ ਨੂੰ ਈਰਾਨ ਨੇ ਠੁਕਰਾ ਦਿੱਤਾ ਸੀ, ਨਾ ਕਰ ਦਿੱਤੀ ਸੀਗੀ। ਸੋ ਹੁਣ ਇਹ ਐਗਰੀਮੈਂਟ ਕਿਸ ਤਰੀਕੇ ਦਾ ਹਰਜੋਤ ਸਿੰਘ ਜੀ ਹੋਊਗਾ, ਇਹਦੇ ਬਾਰੇ ਤਾਂ ਖੁੱਲ ਕੇ ਜਿਹੜਾ ਉਹ ਨਹੀਂ ਦੱਸਿਆ ਜਾ ਰਿਹਾ, ਪਰ ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਜ਼ਰੂਰ ਆਇਆ, "A lot of progress has been made on the subject of reopening Strait of Hormuz." ਸੋ ਆਪਾਂ ਪਹਿਲਾਂ ਵੀ ਇੱਕ ਵਾਰੀ ਕੁਛ ਹਫ਼ਤੇ ਪਹਿਲਾਂ ਰਿਪੋਰਟਿੰਗ ਕੀਤੀ ਸੀ ਵੀ ਰਾਸ਼ਟਰਪਤੀ ਟਰੰਪ ਹੁਣਾਂ ਦੇ ਕਹਿਣ ਮੁਤਾਬਕ ਈਰਾਨ ਕਿੰਨੀ ਵਾਰੀ ਹਾਰ ਚੁੱਕਾ ਆ, ਇਹ ਕਿੰਨੀ ਵਾਰੀ ਜਿੱਤ ਚੁੱਕੇ ਆ, ਸਟੇਟ ਆਫ ਹਾਰਮੋਜ਼ ਕਈ ਵਾਰੀ ਖੁੱਲ ਚੁੱਕਾ ਆ ਤੇ ਉਹ ਹੁਣ ਚੀਜ਼ਾਂ ਆਪਣੇ ਸਾਹਮਣੇ ਹੀ ਜਿਹੜੀਆਂ ਉਹ ਹੈਗੀਆਂ ਆ। ਸੋ ਈਰਾਨ ਤੇ ਓਮਾਨ ਨੇ ਆਪਸ ਦੇ ਵਿੱਚ ਆਪਸ ਦੇ ਵਿੱਚ ਇਹ ਸਮਝੌਤਾ ਜਿਹੜਾ ਉਹ ਕਰ ਲਿਆ ਆ ਵੀ ਜਿਹੜੀਆਂ ਸ਼ਿਪਸ ਦਾ ਰਾਊਟ ਆ ਉਹ ਇੱਕ ਦੇ ਪਾਣੀਆਂ ਚੋਂ ਲੰਘ ਕੇ ਦੂਜੇ ਦੇ ਪਾਣੀ 'ਚ ਜਿਹੜਾ ਉਹ ਜਾਊਗਾ, ਕਿਸੇ ਇੱਕ ਦੇ ਇੰਟਰਨੈਸ਼ਨਲ ਵਾਟਰਸ ਦਾ ਕੰਟਰੋਲ ਨਹੀਂ ਹੋਊਗਾ। ਆਈਦਰ ਈਰਾਨ ਵਾਲੇ ਪਾਣੀਆਂ ਥਾਣੀ ਜਾ ਕੇ ਓਮਾਨ ਚੋਂ ਨਿਕਲੂਗਾ ਤੇ ਜਾਂ ਓਮਾਨ ਵਾਲੇ ਪਾਣੀਆਂ ਚੋਂ ਆ ਕੇ ਈਰਾਨ ਚੋਂ ਨਿਕਲੂਗਾ, ਤਾਂ ਜੋ ਈਰਾਨ ਵਾਲੇ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਇਹਨਾਂ ਸ਼ਿਪਿੰਗ ਰਾਊਟਸ ਦੇ ਜ਼ਰੀਏ ਹਮੇਸ਼ਾ ਕੰਟਰੋਲ ਉਹਨਾਂ ਦਾ ਵੀ ਜਿਹੜਾ ਉਹ ਨਾਲ ਦੇ ਨਾਲ ਰਵੇ। ਸਟੇਟ ਆਫ ਹਾਰਮੋਜ਼ ਦਾ ਕੋਈ ਰੌਲਾ ਰੱਪਾ ਨਹੀਂ ਸੀਗਾ ਫਰਵਰੀ ਦੀ ਜਿਹੜੀ ਇਸ ਲੜਾਈ ਤੋਂ ਪਹਿਲਾਂ। ਜਦੋਂ ਤੋਂ ਇਹ ਲੜਾਈ ਸ਼ੁਰੂ ਹੋਈ ਆ ਤੇ ਹੁਣ ਅਧਿਕਾਰਤ ਤੌਰ ਦੇ ਉੱਤੇ ਈਰਾਨ ਦਾ ਸਟੇਟ ਆਫ ਹਾਰਮੋਜ਼ ਦੇ ਉੱਤੇ ਦੁਨੀਆ ਦੇ 20% ਤੇਲ ਦੇ ਜਿਹੜੀ ਆ ਸਪਲਾਈ ਚੇਨ ਦੇ ਉੱਤੇ ਕੰਟਰੋਲ ਆ ਚੁੱਕਾ ਹੈਗਾ ਆ। ਸੋ ਤਹਿਰਾਨ ਦੀ ਜਿਹੜੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਵੀ ਈਰਾਨ ਤੇ ਓਮਾਨ ਨੇ ਆਪਣਾ ਜਿਹੜਾ ਐਗਰੀਮੈਂਟ ਆ ਸ਼ਿਪਿੰਗ ਰਾਊਟਸ ਨੂੰ ਜਿਹੜਾ ਟ੍ਰਾਂਜ਼ਿਟ ਕਿੱਦਾਂ ਹੋਣਾ ਆ, ਉਹਦੇ ਫਾਈਨਲ ਟੱਚ ਦੇ ਉੱਤੇ ਜਿਹੜੇ ਉਹ ਪਹੁੰਚ ਚੁੱਕੇ ਆ। ਉਧਰ ਅਮਰੀਕਾ ਵਾਲੇ ਇਹ ਹੁਣ ਕਹਿ ਰਹੇ ਆ। ਕੱਲ ਵੀ ਆਪਾਂ ਹਰਜੋਤ ਸਿੰਘ ਜੀ ਸ਼ਾਮੀ ਖਬਰਾਂ ਦੇ ਵਿੱਚ ਸ਼ੇਅਰ ਕੀਤਾ ਸੀ ਤੇ ਇਸ ਟਾਈਮ ਬਹੁਤ ਵੱਡੀ ਚਰਚਾ ਦਾ ਜਿਹੜਾ ਵਿਸ਼ਾ ਬਣ ਚੁੱਕਾ ਆ ਵੀ ਯੂਐਸ ਦੇ ਤਕਰੀਬਨ 80% ਜਿਹੜਾ ਸਟਾਕ ਪਾਈਲ ਆ ਲੌਂਗ ਰੇਂਜ ਪ੍ਰਸੀਜਨ ਮਿਜ਼ਾਈਲਸ ਜਾਂ ਇੰਟਰਸੈਪਟਰਸ ਦਾ, ਉਹ ਖਤਮ ਹੋ ਚੁੱਕਾ ਆ ਈਰਾਨ ਦੇ ਨਾਲ ਲੜਾਈ ਚੋਂ। ਹੁਣ ਕਈ ਕ੍ਰਿਟਿਕ ਤਾਂ ਇਹ ਕਹਿ ਰਹੇ ਆ ਵੀ ਜਿਹੜਾ ਲਗਾਤਾਰ ਈਰਾਨ ਦੇ ਉੱਤੇ ਹਮਲੇ ਟਾਲੇ ਜਾ ਰਹੇ ਆ, ਉਹਦੇ ਵਿੱਚ ਮੁੱਖ ਕਾਰਨ ਇਹ ਵੀ ਹੈਗਾ ਆ। ਸੋ CNN ਨੇ ਵੀ ਇਹ ਜਿਹੜੀ ਰਿਪੋਰਟਿੰਗ ਕੱਲ ਕੀਤੀ ਸੀ। ਹੁਣ ਤਕਰੀਬਨ ਸਾਰੇ ਹੀ ਨਿਊਜ਼ ਪੋਰਟਲ ਵਾਲੇ, ਨਿਊਜ਼ ਅਖਬਾਰਾਂ ਵਾਲੇ ਉਹ ਇਸ ਚੀਜ਼ ਨੂੰ ਕਹਿ ਰਹੇ ਆ ਵੀ ਅਮਰੀਕਾ ਦੇ ਜਿਹੜੀਆਂ ਇੰਟਰਸੈਪਟਰ ਮਿਜ਼ਾਈਲਸ ਆ, ਲੌਂਗ ਰੇਂਜ ਪ੍ਰਸੀਜਨ ਮਿਜ਼ਾਈਲਸ ਆ, ਉਹਨਾਂ ਦਾ ਜਿਹੜਾ ਕਹਿ ਲਓ ਵੀ ਖੇਪ ਆ ਬਹੁਤ ਜ਼ਿਆਦਾ ਘਟ ਚੁੱਕੀ ਹੈ। ਡਿਫੈਂਸ ਸਕੱਤਰ ਪੀਟ ਹੈਗਸਿਥ, ਉਹਨਾਂ ਨੇ ਪਹਿਲਾਂ ਇਸ ਦੇ ਬਾਰੇ ਕਿਹਾ ਸੀਗਾ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਉਧਰ ਯੂਐਸ ਦੇ ਦੁਆਰਾ ਇਰਾਕੀ 에ਅਰਲਾਈਨਸ ਜੋ ਈਰਾਨ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਰੈਵੋਲੂਸ਼ਨਰੀ ਗਾਰਡਸ ਦੇ ਨਾਲ, ਉਹਨਾਂ ਦੇ ਉੱਤੇ ਲਾਈਆਂ ਗਈਆਂ ਸੈਂਕਸ਼ਨਸ ਆ, ਉਹਨਾਂ ਨੂੰ ਹਟਾ ਦਿੱਤਾ ਆ। ਇਰਾਕ ਦੀ ਫਲਾਈ ਬਗਦਾਦ 에ਅਰਲਾਈਨ, ਉਹਨਾਂ ਦੇ ਉੱਤੇ ਲਾਈਆਂ ਜਿਹੜੀਆਂ ਰੋਕਾਂ ਆ, ਉਹਨਾਂ ਨੂੰ ਅਮਰੀਕਾ ਨੇ ਹਟਾਇਆ ਆ। ਯੂਐਸ ਟ੍ਰੈਜਰੀ ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਅਪਡੇਟ ਦੇ ਜ਼ਰੀਏ ਦੱਸਿਆ ਆ ਵੀ ਸੈਂਕਸ਼ਨਸ ਜਿਹੜੀਆਂ ਆ ਉਹ ਲਾ ਦਿੱਤੀਆਂ ਗਈਆਂ। ਦੋ ਹੀ ਉਹਨਾਂ ਦੇ 에ਅਰਕ੍ਰਾਫਟ ਜਿਹੜੇ ਉਹ ਹੈਗੇ ਆ, ਪਰ ਸੈਂਕਸ਼ਨਸ ਦੇ ਚੱਲਦਿਆਂ ਉਹ ਅੱਗੇ ਕੁਛ ਜਿਹੜਾ ਉਹ ਨਹੀਂ ਸੀ ਵੱਧ ਰਹੇ ਤੇ ਹੁਣ ਉਹਨਾਂ ਨੇ ਸੈਂਕਸ਼ਨਸ ਜਿਹੜੀਆਂ ਉਹ ਲਾ ਦਿੱਤੀਆਂ ਆ। ਉਧਰ ਸੈਨੇਟਰ ਟੈਮੀ ਬਾਲਡਵਿਨ ਉਹ ਪੈਂਟਾਗਨ ਦੇ ਉੱਤੇ ਦਬਾਅ ਪਾ ਰਹੇ ਨੇ ਵੀ ਜਿਹੜਾ ਈਰਾਨ ਦਾ ਅਟੈਕ ਹੋਇਆ ਕੁਵੈਤ ਦੇ ਵਿੱਚ, ਜਿਸ 'ਚ 6 ਫੌਜੀ ਮਾਰੇ ਗਏ ਆ, ਉਸ ਦੀ ਜਿਹੜੀ ਪ੍ਰੋਬ ਆ, ਜੋ ਜਾਂਚ ਹੋਈ ਆ, ਉਸ ਨੂੰ ਜਨਤਕ ਕੀਤਾ ਜਿਹੜਾ ਹੋ ਜਾਵੇ। 350 ਪੇਜ ਦੀ ਕਿਤੇ ਰਿਪੋਰਟ ਆ, ਉਹ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਨਿਕਲ ਕੇ ਆਈ ਹੈ, ਜਿਸ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਤੇ ਇਹ ਸੈਨੇਟ ਡੈਮੋਕ੍ਰੇਟ ਨੇ ਹੁਣੇ ਮੰਗ ਕੀਤੀ ਆ। ਜੀ ਬਿਲਕੁਲ। ਰਿਪਰੈਜ਼ੈਂਟੇਟਿਵ ਚੱਕ ਐਡਵਰਡ ਜਿਹੜੇ ਆ, ਉਹਨਾਂ ਨੇ ਆਪਣੀ ਰੀ-ਇਲੈਕਸ਼ਨ ਬਿਡ ਜਿਹੜੀ ਆ ਡ੍ਰੌਪ ਕਰ ਦਿੱਤੀ ਆ ਜਦੋਂ ਉਹਨਾਂ ਦਾ ਸੈਂਸ਼ਨ ਰਿਕਮੈਂਡੇਸ਼ਨ ਹੋਇਆ ਹੈਗਾ ਆ। ਇਹ ਰਿਪਰੈਜ਼ੈਂਟੇਟਿਵ ਨਾਰਥ ਕੈਰੋਲਿਨਾ ਤੋਂ ਸੀਗੇ। ਇਹਨਾਂ ਨੇ ਅੱਜ ਅਨਾਉਂਸ ਕੀਤਾ ਆ ਤੇ ਜਦੋਂ ਹੁਣ ਹਾਊਸ ਐਥਿਕ ਕਮੇਟੀ ਨੇ ਕਨਕਲੂਡ ਕੀਤਾ ਵੀ ਉਹਨਾਂ ਨੇ ਹਾਊਸ ਰੂਲ ਜਿਹੜੇ ਆ ਉਹਨਾਂ ਨੂੰ ਵਾਇਲੇਟ ਕੀਤਾ ਸੀਗਾ, ਖਾਸ ਕਰਕੇ ਸੈਕਸ਼ੂਅਲ ਹਰਾਸਮੈਂਟ ਦੇ ਮਾਮਲੇ ਦੇ ਵਿੱਚ
ਤੇ ਕਹਿੰਦੇ ਵੀ ਹੋਸਟਾਈਲ ਵਰਕ এনवायरमेंट ਰੱਖਿਆ ਸੀਗਾ। ਸੋ ਐਡਵਰਡ ਜਿਹੜੇ ਆ ਇਹਨਾਂ ਨੇ ਆਪਣੇ 2 ਫੀਮੇਲ ਸਟਾਫਰਸ ਆ ਜਿਨ੍ਹਾਂ ਦੀ ਏਜ 20s ਦੇ ਵਿੱਚ ਸੀਗੀ, ਉਹਨਾਂ ਦੇ ਨਾਲ ਜਿਹੜਾ ਦੁਰਵਿਹਾਰ ਕੀਤਾ ਸੀਗਾ। ਸੋ ਉਹ ਤੋਂ ਬਾਅਦ ਇਹ ਕਾਫੀ ਜਿਹੜੀ ਨਿਊਜ਼ ਬਣੀ ਰਹੀ ਤੇ ਹੁਣ ਉਹ ਜਿਹੜੀ ਆ ਆਪਣੀ ਉਹਨਾਂ ਨੇ ਕਿਹਾ ਵੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲੈਣਗੇ। ਸੋ ਉਹ ਕੁਇਟ ਕਰਨ ਜਾ ਰਹੇ ਹੈਗੇ। ਜੀ, ਇੱਦਾਂ ਹੀ ਇੱਕ ਹੋਰ ਜਿਹੜੇ ਰਿਪਰੈਜ਼ੈਂਟੇਟਿਵ ਆ ਮੈਕਸ ਮਿਲਰ, ਉਹਨਾਂ ਨੂੰ ਲੈ ਕੇ ਵੀ ਹੁਣ ਰੌਲਾ ਕਾਫੀ ਜਿਹੜਾ ਪਿਆ ਸੀਗਾ। ਸੋ ਉਸ ਦੇ ਉੱਤੇ ਚੁੱਪੀ ਤੋੜੀ ਆ ਸਪੀਕਰ ਜੌਨਸਨ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਇਨਵੈਸਟੀਗੇਸ਼ਨ ਆ ਮੈਕਸ ਮਿਲਰ ਦੀ ਉਹ ਐਥਿਕਸ ਕਮੇਟੀ ਦੇ ਦੁਆਰਾ ਕਰਵਾਈ ਜਾਵੇਗੀ। ਮੈਕਸ ਮਿਲਰ ਨੇ ਵੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਵੀ ਮੈਂ ਆਪ ਹੀ ਅਰਜੀ ਜਿਹੜੀ ਆ ਉਹ ਦੇਣ ਜਾ ਰਿਹਾ ਆ ਐਥਿਕਸ ਕਮੇਟੀ ਨੂੰ ਇਸ ਜਾਂਚ ਦੇ ਲਈ। ਕਹਿੰਦੇ ਵੀ ਬਹੁਤ ਲੰਮੇ ਸਮੇਂ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਹ ਇੱਕ ਜਿਹੜੇ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਾ ਕੇ ਰੱਖਿਆ ਹੈਗਾ ਆ। ਡੋਮੈਸਟਿਕ ਅਬਿਊਜ਼ ਐਲੀਗੇਸ਼ਨਸ ਰਿਪਰੈਜ਼ੈਂਟੇਟਿਵ ਮੈਕਸ ਮਿਲਰ ਜਿਹੜੇ ਓਹਾਇਓ ਤੋਂ ਰਿਪਬਲਿਕਨ ਪਾਰਟੀ ਵੱਲੋਂ ਆ, ਉਹਨਾਂ ਦੇ ਉਲਟ ਲੱਗਦੇ ਆ ਰਹੇ ਸੀਗੇ। ਸੋ ਅੱਜ ਜਿਹੜਾ ਪੈਨਲ ਆ ਉਹਨਾਂ ਨੇ ਅਨਾਉਂਸਮੈਂਟ ਕੱਲ ਕੀਤੀ ਆ ਵੀ ਇਹਨਾਂ ਐਲੀਗੇਸ਼ਨਸ ਨੂੰ ਉਹ ਰਿਵਿਊ ਕਰ ਰਹੇ ਆ ਤੇ ਅੱਜ ਜਿਹੜੇ ਸਪੀਕਰ ਜੌਨਸਨ ਆ ਉਹਨਾਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਵੀ ਜਿਹੜੀ ਐਥਿਕਸ ਕਮੇਟੀ ਆ ਇਹਨੂੰ ਇਨਵੈਸਟੀਗੇਟ ਕਰਕੇ ਹੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਫੈਸਲਾ ਜਿਹੜਾ ਉਹ ਲਵਾਂਗੇ। ਸੋ ਜਿਹੜੇ ਮੈਕਸ ਮਿਲਰ ਨੇ ਬਿਆਨ ਇਹ ਦਿੱਤਾ ਸੀਗਾ ਵੀ ਇਨ ਲਾਈਟ ਆਫ ਆਲ ਦਾ ਰੀਨਿਊਡ ਇੰਟਰਸਟ ਇਨ ਮਾਈ ਫੈਮਿਲੀ ਅਫੇਅਰਸ I'm going to file my own paperwork for an ethics investigation into myself to clear my name from these horrific attacks on myself and family. I have absolutely nothing to hide. ਵੀ ਕਹਿੰਦੇ ਵੀ ਮੈਂ ਕੁਝ ਵੀ ਲੁਕਾਉਣ ਵਾਲਾ ਨਹੀਂ ਆ ਤੇ ਮੈਂ ਆਪਣਾ ਨਾਮ ਆ ਉਸ ਨੂੰ ਕਲੀਅਰ ਇਸ ਦੇ ਵਿੱਚ ਕਰਾਉਂਗਾ। 2 ਟਰਮ ਦੇ ਇਹ ਇਸ ਮੌਕੇ ਹਾਊਸ ਦੇ ਮੈਂਬਰ ਹੈਗੇ ਆ ਤੇ ਇਹ ਤੀਜੀ ਟਰਮ ਦੇ ਲਈ ਰੀ-ਇਲੈਕਸ਼ਨ ਦੇ ਲਈ ਦੇਖ ਰਹੇ ਹੈਗੇ ਆ। ਇਹਨਾਂ ਦੀ ਬੈਟਲ ਕਸਟਡੀ ਇਹਨਾਂ ਦੀ ਸਾਬਕਾ ਵਾਈਫ ਐਕਸ ਵਾਈਫ ਐਮਿਲੀ ਮਰੀਨੋ ਦੇ ਨਾਲ ਚੱਲ ਰਹੀ ਆ। ਇਹਨਾਂ ਦੀ ਜਿਹੜੀ ਡਾਟਰ ਆ ਕੁੜੀ ਆ ਉਹਨਾਂ ਨੂੰ ਲੈ ਕੇ 2024 ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੇ ਨਾਲ ਡਿਵੋਰਸ ਫਾਈਲ ਕੀਤਾ ਸੀ 2 ਸਾਲਾਂ ਦੇ ਵਿਆਹ ਤੋਂ ਬਾਅਦ ਚ, ਜਿਸ ਦੇ ਵਿੱਚ ਇਹਦੀ ਵਾਈਫ ਦੇ ਦੁਆਰਾ ਇਹ ਅਕਿਊਜ਼ ਕੀਤਾ ਗਿਆ ਸੀਗਾ ਵੀ ਜਿਹੜਾ ਮੈਕਸ ਮਿਲਰ ਆ ਇਹ ਵਾਇਲੈਂਟ ਤੇ ਅਬਿਊਜ਼ਿਵ ਇਸ ਦਾ ਬਿਹੇਵੀਅਰ ਸੀਗਾ। ਸੋ ਤੇ ਕਹਿੰਦਾ ਇਹਨੇ ਤੇ ਇਹ ਵੀ ਜਿਹੜਾ ਦਾਵਾ ਕੀਤਾ ਬੀਬੀ ਨੇ ਵੀ ਮੇਰੇ ਉੱਤੇ ਤੱਤਾ ਪਾਣੀ ਜਿਹੜਾ ਉਹ ਜਾਣਬੁੱਝ ਕੇ ਪਾਉਂਦਾ ਸੀ, ਮੈਨੂੰ ਕੰਧ ਦੇ ਵਿੱਚ ਵੀ ਜਿਹੜਾ ਉਹ ਮਾਰਦਾ ਰਿਹਾ ਆ ਤੇ ਇੱਥੋਂ ਤੱਕ ਕਿ ਇੱਕ ਵਾਰੀ ਇਸਨੇ ਕਨਪੱਟੀ ਦੇ ਉੱਤੇ ਬੰਦੂਕ ਵੀ ਇਸ ਨੇ ਲਾ ਦਿੱਤੀ ਹੈਗੀ ਆ ਤੇ ਕਹਿੰਦੇ ਵੀ ਉਹਦੀ ਆਪਣੀ ਜਿਹੜੀ ਛੋਟੀ ਕੁੜੀ ਆ ਉਹਦਾ ਕਾਲਰ ਬੋਨ ਵੀ ਇਸ ਦੇ ਦੁਆਰਾ ਤੋੜ ਦਿੱਤਾ ਗਿਆ ਸੀਗਾ। ਹੁਣ ਜੇ ਐਲੀਗੇਸ਼ਨ ਦੇ ਵਿੱਚੋਂ ਕੋਈ ਵੀ ਐਲੀਗੇਸ਼ਨ ਸੱਚ ਸਾਬਤ ਹੁੰਦਾ ਆ ਤਾਂ ਇਹੋ ਜਿਹੇ ਲੋਕਾਂ ਨੂੰ ਲਾਅ ਮੇਕਰ ਬਣਨ ਦੇ ਲਈ ਲੋਕਾਂ ਨੂੰ ਵੋਟ ਨਹੀਂ ਪਾਉਣੀ ਜਿਹੜੀ ਉਹ ਚਾਹੀਦੀ। ਸੋ ਪਰ ਹੁਣ ਇਹ ਆ ਵੀ ਐਥਿਕਸ ਕਮੇਟੀ ਦੀ ਹੁਣ ਇਨਵੈਸਟੀਗੇਸ਼ਨ ਆ ਮੈਕਸ ਮਿਲਰ ਦੇ ਉਲਟ ਚੱਲੇਗੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹਜੇ ਕੋਈ ਡਿਸੀਜਨ ਨਹੀਂ ਬਣਾਇਆ ਵੀ ਉਹ ਜੋ ਜਨੀਨ ਪੈਰੋ ਆ ਉਹਨਾਂ ਨੂੰ ਫਾਇਰ ਕਰਨਗੇ ਕਿ ਨਹੀਂ। ਉਹਨਾਂ ਨੇ ਕ੍ਰਿਟੀਸਾਈਜ਼ ਤਾਂ ਕੀਤਾ ਜਿਹੜੇ ਯੂਐਸ ਦੇ ਅਟਾਰਨੀ ਹੈਗੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਜਨੀਨ ਪਾਇਰੋ ਜੋ ਉਹਨਾਂ ਦੇ ਕਾਫੀ ਕਲੋਜ਼ ਰਹੇ ਆ ਫੌਕਸ ਦੀ ਜਿਹੜੇ ਫੌਕਸ ਦੇ ਉੱਤੇ ਵੀ ਜਿਹੜੇ ਫੌਕਸ ਦੇ ਉੱਤੇ ਹੋਸਟ ਰਹੇ ਆ, ਜੱਜ ਵੀ ਰਹੀ ਆ ਜਨੀਨ। ਪਿਛਲੇ ਦਿਨਾਂ ਦੇ ਵਿੱਚ ਵੱਡਾ ਇਸ਼ੂ ਉਸ ਟਾਈਮ ਬਣਿਆ ਸੀ ਜਦੋਂ ਜਿਹੜਾ ਪੂਲ ਆ ਸਾਹਮਣੇ ਜਿਹੜਾ ਵਾਈਟ ਹਾਊਸ ਦੇ ਉੱਥੇ ਜੋ ਲੋਕਾਂ ਨੂੰ ਬਲੇਮ ਕੀਤਾ ਗਿਆ ਸੀ ਜਿਨ੍ਹਾਂ 'ਚ ਇੱਕ ਓਲੰਪੀਅਨ ਵੀ ਸੀਗਾ ਵੀ ਇਹਨਾਂ ਨੇ ਵੈਂਡਲਿਜ਼ਮ ਕੀਤਾ ਹੈਗਾ, ਇਸ ਕਰਕੇ ਉਹਨਾਂ ਦੇ ਚਾਰਜਸ ਲਾਏ ਜਾਣ। ਪਰ ਜਨੀਨ ਪਾਇਰੋ ਨੇ ਬਾਅਦ ਦੇ ਵਿੱਚ ਚਾਰਜਸ ਡ੍ਰੌਪ ਕਰਤੇ ਕਿਉਂਕਿ ਪਤਾ ਇਹ ਚੱਲਿਆ ਸੀ ਵੀ ਜਿਹੜਾ ਕੰਟਰੈਕਟਰ ਸੀਗਾ ਉਸ ਨੇ ਹੀ ਜਿਹੜਾ ਰਿਫਲੈਕਟਿੰਗ ਪੂਲ ਦਾ ਕੰਟਰੈਕਟਰ ਸੀਗਾ ਉਹਨੇ ਹੀ ਜਿਹੜੀ ਘਟੀਆ ਕੁਆਲਿਟੀ ਦਾ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਲਾਇਆ ਸੀਗਾ। ਟਰੰਪ ਤੇ ਇੰਟੀਰੀਅਰ ਸੈਕਟਰੀ ਡਗ ਬਰਗਮ ਬਾਰ-ਬਾਰ ਇਨਸਿਸਟ ਕਰਦੇ ਰਹੇ ਵੀ ਜਿਹੜੇ ਵੈਂਡਲਸ ਆ ਉਹਨਾਂ ਨੇ ਇਹ ਕੱਟ ਅਪ ਕੀਤੀ ਹੈਗੀ ਅਲਾਈਨਿੰਗ ਪੂਲ ਦੀ, ਤਾਂ ਕਰਕੇ ਉੱਥੇ ਐਲਗੀ ਵਗੈਰਾ ਜਾਂ ਹੋਰ ਆਇਆ ਸੀਗਾ। ਟੂ ਸੋਸ਼ਲ ਮੀਡੀਆ ਦੇ ਉੱਤੇ ਸ਼ਨੀਚਰਵਾਰ ਨੂੰ ਟਰੰਪ ਉਹਨਾਂ ਨੇ ਕਿਹਾ ਵੀ ਮੈਂ ਤਾਂ 100% ਡਿਸਐਗਰੀ ਕਰਦਾ ਹਾਂ ਜਨੀਨ ਪਾਇਰੋ ਦੇ ਨਾਲ, ਜਿਨ ਸਾਰੇ ਕੇਸ ਜਿਹੜੇ ਆ ਉਹ ਡ੍ਰੌਪ ਕਰ ਲਏ ਹੈਗੇ ਆ।
ਤੇ ਕਹਿੰਦੇ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ 100% ਥ੍ਰਿਲ ਨਹੀਂ ਹੈਗਾ ਕੰਟਰੈਕਟਰ ਦੇ ਨਾਲ, ਉਹਨੂੰ ਵੀ ਜਿਹੜੀ ਗਲਤੀ ਕੀਤੀ ਹੈਗੀ ਆ। ਸੋ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਜਨੀਨ ਪੈਰੋ ਪ੍ਰੈਜ਼ੀਡੈਂਟ ਟਰੰਪ ਨੂੰ ਮਿਲ ਕੇ ਵੀ ਆਈ ਆ, ਪਰ ਬਹੁਤ ਸਾਰੇ ਲੋਕ ਐਕਸਪੈਕਟ ਕਰਦੇ ਆ ਵੀ ਹੋ ਸਕਦਾ ਟਰੰਪ ਹੁਣੀ ਗੁੱਸੇ 'ਚ ਆ ਵੀ ਉਹਨੂੰ ਫਾਇਰ ਕਰ ਦੇਣ, ਪਰ ਹਜੇ ਤੱਕ ਜਿਹੜਾ ਕੋਈ ਡਿਸੀਜਨ ਆ ਇਹਦੇ ਬਾਰੇ ਨਹੀਂ ਲਿੱਤਾ ਗਿਆ ਹੈਗਾ। ਜੀ, ਕਹਿੰਦੇ ਵੀ ਕੱਲ ਉਹਨਾਂ ਨੂੰ ਐਵੀਡੈਂਸ ਦਾ ਬਕਸਾ ਭਰ ਕੇ ਜਿਹੜਾ ਉਹ ਲੈ ਕੇ ਗਈ ਸੀ ਜਨੀਨ ਪੀਰੋ ਟਰੰਪ ਹੁਣਾਂ ਨੂੰ ਦਿਖਾਉਣ ਦੇ ਲਈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਹਰਜੋਤ ਸਿੰਘ ਜੀ ਵੀ ਫੌਕਸ ਦੇ ਜਿੰਨੇ ਵੀ ਨਿਊਜ਼ ਹੋਸਟ ਆ ਤਕਰੀਬਨ ਉਹ ਕੈਬਨਿਟ ਦੇ ਮੇਨ ਅਹੁਦੇਦਾਰ ਜਿਹੜੇ ਜੀ ਹੈਗੇ ਆ, ਜਿਨ੍ਹਾਂ ਦਾ ਕੰਮ ਫੌਕਸ ਦੇ ਉੱਤੇ ਹੁੰਦੇ ਹੋਏ ਇਹੀ ਸੀਗਾ ਵੀ ਕਿਸ ਤਰੀਕੇ ਦੇ ਨਾਲ ਪ੍ਰੋਪਗੈਂਡੇ ਨੂੰ ਵੀ ਜਿਹੜਾ ਉਹ ਫੈਲਾਉਣਾ। ਅਜੇ ਵੀ ਲੋਕ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਦੇ ਆ। ਕਾਬਲੀਅਤ ਸੀਗੀ ਨਹੀਂ ਸੀਗੀ ਉਹ ਤਾਂ ਚਲੋ ਔਨ ਦੇਖ ਹੀ ਰਹੀਆਂ ਇਹ ਸਾਰੀਆਂ ਚੀਜ਼ਾਂ, ਤੇ ਟਰੰਪ ਹੁਣੀ ਉਹਨਾਂ ਬੰਦਿਆਂ ਤੋਂ ਨਾਖੁਸ਼ ਆ ਜਿਹੜੇ ਉਹਨਾਂ ਦੇ ਯੈਸ ਮੈਨ ਨਹੀਂ ਹੁੰਦੇ, ਤੇ ਜਿਹੜੇ ਹੁਣ ਉਹਨਾਂ ਦੇ ਉਲਟ ਚੱਲਦੇ ਆ ਜਾਂ ਸੰਵਿਧਾਨ ਦੇ ਨਾਲ ਚੱਲਣ ਦੀ ਗੱਲ ਕਰਦੇ ਆ, ਤਾਂ ਉਹ ਕਹਿੰਦੇ ਆ ਵੀ ਇਹਨਾਂ ਨੂੰ ਚੱਕ ਕੇ ਜਿਹੜਾ ਉਹ ਸਾਈਡ ਤੇ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਹੈਗੀਆਂ। ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਨੂੰ ਵੱਧਦੇ ਜਾਈਏ, ਸਦਰਨ ਕੈਲੀਫੋਰਨੀਆ ਦਾ ਇੱਕ ਜਿਹੜਾ ਸ਼ਹਿਰ ਆ ਉਹਨਾਂ ਨੇ ਤਕਰੀਬਨ ਜੁਲਾਈ 4 ਦੇ ਇਲੀਗਲ ਫਾਇਰਵਰਕਸ ਦੇ ਵਿੱਚ $2,40,000 ਦੇ ਜਿਹੜੇ ਜੁਰਮਾਨੇ ਆ ਉਹ ਇਸ਼ੂ ਕੀਤੇ ਹੈਗੇ ਆ। ਸਿਟੀ ਆਫ ਔਰੰਜ 2026 ਫਾਇਰਵਰਕ ਪ੍ਰੋਗਰਾਮ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਕੀਤੀਆਂ, ਤੇ ਕਹਿੰਦੇ ਵੀ 4 ਜੁਲਾਈ ਤੋਂ ਪਹਿਲਾਂ ਇਹਨਾਂ ਦਾ 22 ਜੂਨ ਤੋਂ ਸ਼ੁਰੂ ਹੋ ਗਿਆ ਸੀ ਔਰੰਜ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਇਹ ਜਿਹੜਾ ਪ੍ਰੋਗਰਾਮ। ਫਲਾਇਰ ਵੀ ਵੰਡੇ ਗਏ ਇਲਾਕੇ ਦੇ ਵਿੱਚ, ਤੇ ਪਰ ਉਸ ਦੇ ਬਾਵਜੂਦ ਜਿਨ੍ਹਾਂ ਨੂੰ ਆਜ਼ਾਦੀ ਫਿਰ ਜ਼ਿਆਦਾ ਫੀਲ ਆ ਰਹੀ ਹੁੰਦੀ ਹੈ ਵੀ ਪਟਾਕੇ ਅਸੀਂ ਜਿਹੜੇ ਉਹ ਚਲਾਉਣੇ ਆ, ਤੇ ਉਹ ਕਹਿੰਦੇ ਵੀ ਨਹੀਂ ਬਾਬਾ ਜੀ ਅਸੀਂ ਚਲਾਉਣ ਨਹੀਂ ਦੇਣੇ। ਉਹਨਾਂ ਨੇ ਡਰੋਨ ਦੇ ਨਾਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇਹਨਾਂ ਦੀ ਜਿਹੜੀ ਆ ਸ਼ਨਾਖਤ ਕੀਤੀ ਆ। 304 ਕਹਿੰਦੇ ਡਿਸਪੈਚ ਕਾਲਸ ਉਹਨਾਂ ਨੂੰ ਜਿਹੜੀਆਂ ਉਹ ਆਈਆਂ ਹੈਗੀਆਂ, ਤੇ ਕੁੱਲ ਮਿਲਾ ਕੇ $2,40,000 ਦੇ ਜਿਹੜੇ ਜੁਰਮਾਨੇ ਆ ਇਸ ਸ਼ਹਿਰ ਦੇ ਜਿਹੜੇ ਆ ਉਹ ਓਵਰਆਲ ਇਸ਼ੂ ਕੀਤੇ ਹੈਗੇ ਆ। ਸੋ ਕਈ ਜਿਹੜੇ ਪ੍ਰਾਪਰਟੀ ਓਨਰਸ ਆ ਉਹਨਾਂ ਨੇ ਜਿਹੜੇ ਫਾਈਨਸ ਆ ਉਹਨਾਂ ਦੇ ਉੱਤੇ ਜਿਹੜੇ ਉਹ ਆਏ ਹੈਗੇ ਆ। ਸੋ ਅਕਸਰ ਕਹਿੰਦੇ ਵੀ ਇਹੀ ਦੇਖੇ ਗਏ ਇੱਕ ਨਹੀਂ ਆ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਇਲੀਗਲ ਫਾਇਰਵਰਕਸ ਆ ਉਹਨਾਂ ਨੂੰ ਲੈ ਕੇ ਜਿਹੜੇ ਜੁਰਮਾਨੇ ਆ ਉਹ ਪਾਏ ਹੈਗੇ ਆ। ਸੋ ਓਵਰਆਲ ਸ਼ਹਿਰ ਦੇ ਵਿੱਚ ਪਟਾਕੇ ਚਲਾਉਣ ਦੇ ਲਈ ਕਹਿੰਦੇ ਵੀ ਪਰਮਿਟਸ ਵੰਡੇ ਗਏ ਸੀਗੇ ਲੋਟਰੀ ਸਿਸਟਮ ਦੇ ਤਹਿਤ। 12 ਆਰਗੇਨਾਈਜੇਸ਼ਨਸ ਨੂੰ ਉਹ ਫੰਡਿੰਗ ਜਿਹੜੀ ਉਹ ਮਿਲੀ ਸੀ, ਤੇ ਉਹਨਾਂ ਨੇ ਫਿਰ ਵੱਖ-ਵੱਖ ਇਲਾਕਿਆਂ ਦੇ ਵਿੱਚ ਉਸ ਸ਼ਹਿਰ ਦੇ ਉਹਨਾਂ ਨੇ ਪਟਾਕੇ ਜਿਹੜੇ ਉਹ ਚਲਾਏ ਸੀ ਪਬਲਿਕ ਵਿਊਇੰਗ ਦੇ ਲਈ, ਤੇ ਪਰ ਉਸ ਤੋਂ ਜਿਨ੍ਹਾਂ ਨੇ ਘਰੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂ ਇਲੀਗਲੀ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਫਿਰ ਜੁਰਮਾਨੇ ਹੁਣ ਇਸ ਤਰੀਕੇ ਨਾਲ ਕੀਤੇ ਗਏ ਆ। ਜੀ ਅਗਲੀ ਖਬਰ 'ਤੇ ਚੱਲੀਏ ਤੇ ਕਹਿੰਦੇ ਵੀ ਯੂਐਸ CIS ਯੂਐਸ ਜੋ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਆ ਉਹ ਇੱਕ ਨਵਾਂ ਰੂਲ ਲੈ ਕੇ ਆ ਰਹੇ ਆ ਯੂਐਸ ਸਿਟੀਜ਼ਨਸ਼ਿਪ ਲਈ। ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਚਾਹ ਰਿਹਾ ਵੀ ਜਿਹੜੀਆਂ ਐਜੂਕੇਸ਼ਨ ਰਿਕੁਆਇਰਮੈਂਟਸ ਆ ਉਹ ਹੋਰ ਵੀ ਸਖਤ ਕੀਤੀਆਂ ਜਾਣ ਜਿਹੜੇ ਲੋਕਾਂ ਨੇ ਨੈਚੁਰਲਾਈਜੇਸ਼ਨ ਲੈਣੀ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਯੂਐਸ ਦੇ ਵਿੱਚ ਜਿਹੜਾ ਸਿਟੀਜ਼ਨ ਬਣਨਾ ਹੋਰ ਵੀ ਜਿਹੜਾ ਹਾਰਡ ਹੋਊਗਾ। ਸੋ ਜਿਹੜਾ ਸਿਟੀਜ਼ਨਸ਼ਿਪ ਟੈਸਟ ਆ ਉਹਦੇ ਵਿੱਚ ਹੋਰ ਚੇਂਜਸ ਲੈ ਕੇ ਆ ਰਿਹਾ। ਹਾਲਾਂਕਿ ਪਿੱਛੇ ਜਿਹੇ ਕਾਫੀ ਚੇਂਜਸ ਹੋਈਆਂ, ਹੁਣ ਹੋਰ ਜਿਹੜੀਆਂ ਚੇਂਜਸ ਲੈ ਕੇ ਆ ਰਹੇ ਆ। ਕਹਿੰਦੇ ਵੀ ਇਹ ਜੋ DHS ਪ੍ਰਪੋਜ਼ ਕਰ ਰਹੀ ਆ ਇੱਕ ਫਰੇਮਵਰਕ ਤੇ ਇੱਕ ਸਟੈਂਡਰਡ ਐਪਲੀਕੇਸ਼ਨ ਦੇ ਲਈ ਜੋ ਐਜੂਕੇਸ਼ਨ ਰਿਕੁਆਇਰਮੈਂਟਸ ਹੋਣਗੀਆਂ ਨੈਚੁਰਲਾਈਜੇਸ਼ਨ ਬਣਨ ਦੇ ਲਈ। ਇਸ ਪ੍ਰਪੋਜ਼ਲ ਰੂਲ ਦੇ ਮੁਤਾਬਕ ਉਹ ਚਾਹੁੰਦੇ ਆ ਵੀ ਇੰਟੈਗ੍ਰਿਟੀ ਜਿਹੜੀ ਆ ਨੈਚੁਰਲਾਈਜੇਸ਼ਨ ਟੈਸਟ ਦੀ ਉਹ ਬਿਲਕੁਲ ਇਦਾਂ ਇੰਟੈਕਟ ਰਹੇ। ਇਹ DHS ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਡਿਪਾਰਟਮੈਂਟ ਨੇ ਇਹ ਵੀ ਪ੍ਰਪੋਜ਼ ਕੀਤਾ ਹੈ ਵੀ ਉਹ ਫਲੈਕਸੀਬਿਲਿਟੀ ਕਰਨਗੇ, ਅਲਾਓ ਕਰਨਗੇ US CIS ਨੂੰ ਉਹ ਮੋਡੀਫਾਈ ਕਰ ਸਕਦੇ ਆ ਜਿੱਦਾਂ ਵੀ ਉਹਨਾਂ ਨੇ ਨੈਚੁਰਲਾਈਜੇਸ਼ਨ ਟੈਸਟ ਨੂੰ ਮੋਡੀਫਾਈ ਕਰਨਾ ਚਾਹੁੰਦੇ ਆ ਜਿਸ ਹਿਸਾਬ ਨਾਲ ਉਹਨਾਂ ਨੇ ਕਰਨਾ ਹੈਗਾ ਆ। ਇਹਦੇ 'ਚ ਇਹ ਵੀ ਹੋ ਸਕਦਾ ਕਹਿੰਦੇ ਵੀ ਥਰਡ ਪਾਰਟੀ ਐਡਮਿਨਿਸਟ੍ਰੇਸ਼ਨ ਹੋ ਸਕਦਾ ਹੈ ਵੀ ਤੀਜੀ ਕੋਈ ਪਾਰਟੀ ਜਿਹੜੀ ਆ ਉਹ ਟੈਸਟ ਲਵੇ। ਜਿਹੜੀਆਂ ਹੁਣ ਦੀਆਂ ਰਿਕੁਆਇਰਮੈਂਟਾਂ ਆ US ਦੇ ਵਿੱਚ ਸਿਟੀਜ਼ਨ ਬਣਨ ਲਈ ਘੱਟੋ ਘੱਟ ਤੁਹਾਡੀ ਉਮਰ ਜਿਹੜੀ ਆ 18 ਸਾਲ ਹੋਣੀ ਚਾਹੀਦੀ ਹੈਗੀ ਆ ਜੇ ਤੁਸੀਂ ਇੱਥੇ ਦੇ ਬੋਰਨ ਨਹੀਂ ਹੈਗੇ,
ਤੇ ਤੁਸੀਂ USA ਦੇ ਵਿੱਚ 5 ਸਾਲਾਂ ਤੋਂ ਰਹਿੰਦੇ ਹੋਣੇ ਚਾਹੀਦੇ ਆ। ਤੁਹਾਡੇ ਕੋਲ ਗ੍ਰੀਨ ਕਾਰਡ ਹੋਣਾ ਚਾਹੀਦਾ 5 ਸਾਲਾਂ ਤੋਂ 3 ਸਾਲ ਜੇ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਮੈਰਿਡ ਹੈਗੇ ਆ, ਫਿਰ ਤੁਸੀਂ ਨੈਚੁਰਲਾਈਜੇਸ਼ਨ ਪ੍ਰੋਸੈਸ ਦੇ ਲਈ ਅਪਲਾਈ ਕਰ ਸਕਦੇ ਆ। ਸਿਟੀਜ਼ਨਸ਼ਿਪ ਟੈਸਟ ਦੇ 2 ਪਾਰਟਸ ਆ, ਇੱਕ ਇੰਗਲਿਸ਼ ਟੈਸਟ ਹੈਗਾ ਜਿਹਦੇ ਵਿੱਚ ਬੇਸਿਕ ਪ੍ਰੋਫੀਸ਼ੀਐਂਸੀ ਚੈੱਕ ਕੀਤੀ ਜਾਂਦੀ ਆ, ਸਪੀਕਿੰਗ, ਰੀਡਿੰਗ ਤੇ ਰਾਈਟਿੰਗ, ਤੇ ਜਿਹੜਾ ਸਿਵਿਕ ਟੈਸਟ ਹੈਗਾ ਆ ਉਹਦੇ ਵਿੱਚ ਜਿਹੜਾ US ਹਿਸਟਰੀ ਆ ਉਹਦਾ ਨੌਲੇਜ ਜਿਹੜਾ ਆ ਚੈੱਕ ਕੀਤਾ ਜਾਂਦਾ ਹੈਗਾ ਜੀ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਗੱਲਬਾਤ ਆ ਉਹ ਆਪਾਂ ਜਾਰੀ ਰੱਖਾਂਗੇ। ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆ ਰਹੇ ਆਪਾਂ ਵਾਪਸ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी 7 अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 पंजाबी रेडियो ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਸੋ ਸਰੋਤਿਓ ਆਪਾਂ ਪਿਛਲੇ ਲੰਮੇ ਸਮੇਂ ਤੋਂ ਤੁਹਾਨੂੰ ਬਾਰ-ਬਾਰ ਦੱਸਦੇ ਰਹਿੰਦੇ ਆ ਵੀ ਜਿਹੜੀ 에ਅਰ ਇੰਡੀਆ ਦੀ ਫਲਾਈਟ ਆ ਉਹਦੇ 'ਚ ਨਾ ਜਾਇਆ ਕਰੋ ਪਰ ਆਪਣੇ ਲੋਕ ਵੀ ਜਿਹੜੇ ਆ ਸਸਤੇ ਟਿਕਟ ਦੇ ਚੱਕਰ 'ਚ ਟਲਦੇ ਨਹੀਂ ਹੈਗੇ ਤੇ ਇੰਨੀਆਂ ਐਗਜ਼ਾਮਪਲਸ ਆਉਂਦੀਆਂ ਹੈਗੀਆਂ ਆ ਵੀ ਜੋ ਹਾਲ 에ਅਰ ਇੰਡੀਆ ਦੇ ਜਹਾਜ਼ਾਂ ਦਾ ਆ ਸਾਨੂੰ ਫਿਰ ਕਾਲਾਂ ਕਰ ਕਰਕੇ ਦੱਸਦੇ ਆ ਵੀ ਭਾਈ ਮੇਰੀ ਤਾਂ ਢੂਹੀ ਦੁਖਣ ਲੱਗ ਪਈ ਉੱਥੇ ਤਾਂ ਸਪਰਿੰਗ ਚੁੱਭਦੇ ਸੀ ਟੀਵੀ ਕੰਮ ਨਹੀਂ ਕਰਦੇ ਇਹ ਕਈ ਵਾਰੀ 에ਅਰ ਇੰਡੀਆ ਦੀ ਫਲਾਈਟ 'ਚੋਂ ਸੱਪ ਚੂਹੇ ਨਿਕਲੇ ਆ ਫੂਡ ਬੜਾ ਖਰਾਬ ਆ ਤੇ ਇੱਕ ਮੈਂ ਤੁਹਾਡੇ ਨਾਲ ਹੁਣ ਵੀਡੀਓ ਵੀ ਸ਼ੇਅਰ ਕੀਤੀ ਆ ਟਰਾਈ ਕਰਿਓ ਜੇ ਆਪਾਂ ਸ਼ੇਅਰ ਕਰ ਸਕਦੇ ਹੋਏ ਇਹ ਇਸ ਟਾਈਮ ਵੈਨਕੂਵਰ 에ਅਰਪੋਰਟ ਦੀ ਹੈਗੀ ਆ ਜਿੱਥੇ 에ਅਰ ਇੰਡੀਆ ਦੀ ਫਲਾਈਟ ਉਹ ਜਿਹੜੀ ਆ ਕਹਿੰਦੇ ਵੀ ਜਹਾਜ਼ 'ਚ ਨੁਕਸ ਆ ਤੇ ਲੋਕ ਕਈ ਕਹਿੰਦੇ ਆ ਵੀ ਸਾਨੂੰ ਨਵਾਂ ਜਹਾਜ਼ ਲਿਆਓ ਕਈ ਕਹਿੰਦੇ ਸਾਡੇ ਪੈਸੇ ਵਾਪਸ ਕਰੋ ਚੰਗਾ ਰੌਲਾ ਰੱਪਾ ਪੈ ਰਿਹਾ ਹਾਲਾਂਕਿ 2 ਦਿਨ ਪਹਿਲਾਂ ਇੱਕ 에ਅਰ ਇੰਡੀਆ ਦੀ ਜਿਹੜੀ ਫਲਾਈਟ ਆ ਉਹ 300 ਫੁੱਟ ਮਿਡ 에ਅਰ ਦੇ ਵਿੱਚ ਇੱਕਦਮ ਜਿਹੜੀ ਡਾਊਨ ਹੋ ਗਈ ਜਿਹਦੇ ਨਾਲ ਲੋਕਾਂ ਦੇ ਨੱਕ ਸਿਰ ਜਿਹੜੀਆਂ ਬਾਹਾਂ ਚੰਗੀਆਂ ਭੰਨ ਹੋਈਆਂ ਹਨਾ ਖੂਨ ਵੀ ਚੰਗਾ ਨਿਕਲਿਆ 14 ਲੋਕ ਬੁਰੀ ਤਰ੍ਹਾਂ ਫੱਟੜ ਹੋਏ ਇਹ ਜਿਹੜੀ 에ਅਰ ਇੰਡੀਆ ਦੀ ਸੀਗੀ A320 ਇਹ ਥਾਈਲੈਂਡ ਤੋਂ ਦਿੱਲੀ ਨੂੰ ਜਾ ਰਹੀ ਸੀਗੀ ਤੇ ਰਸਤੇ ਦੇ ਵਿੱਚ ਇੰਨੀ ਕਿ ਜ਼ਿਆਦਾ ਜਿਹੜੀ ਟਰਬੂਲੈਂਸ ਹੋਈ ਤੇ ਉਹਦੇ ਨਾਲ ਕਹਿੰਦੇ ਵੀ ਜਿਹੜਾ ਕਰੂ ਮੈਂਬਰ ਸੀਗੇ ਉਹ ਵੀ ਫਲਾਈ ਕਰਦੇ ਸੀ ਆਲੇ ਦੁਆਲੇ ਅੰਦਰ ਇੰਨਾ ਜਿਹੜਾ ਬੁਰਾ ਹਾਲ ਸੀਗਾ ਤੇ ਇਹ 11 ਵਜੇ ਉੱਥੇ ਉਤਰੀ ਤੇ ਲੋਕ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜਿਹੜੇ ਫੱਟੜ ਹੋਏ ਸੀਗੇ ਹੁਣ ਉਹ ਕੁਛ ਤਾਂ ਕਹਿੰਦੇ ਆ ਵੀ ਅਸੀਂ ਜਿਹੜਾ ਆ ਇਹਨਾਂ ਤੇ ਲਾ ਸੂਟ ਵੀ ਕਰਨਾ ਹੈਗਾ ਆ ਇੱਦਾਂ ਹੀ ਇੱਕ ਤੁਹਾਨੂੰ ਪਤਾ ਹੀ ਆ ਵੀ 에ਅਰ ਇੰਡੀਆ ਦੀ ਜਿਹੜੀ ਫਲਾਈਟ ਸੀਗੀ ਲੰਡਨ ਬਾਉਂਡ ਉਹ ਜਦੋਂ ਪਿੱਛੇ 1 ਸਾਲ ਪਹਿਲਾਂ ਕ੍ਰੈਸ਼ ਹੋਈ ਸੀ ਜਿਹਦੇ ਵਿੱਚ 171 ਲੋਕਾਂ ਦੀ ਮੌਤ ਹੋ ਗਈ ਸੀ ਅਹਿਮਦਾਬਾਦ 에ਅਰਪੋਰਟ ਦੇ ਉੱਤੇ ਤੇ ਇੱਦਾਂ ਹੀ ਇੱਕ ਹੋਰ ਪਲੇਨ ਜਿਹੜਾ ਆ
ਉਹਦੇ ਵਿੱਚ ਜਿਹੜੇ ਆ ਉਹ ਪੈਸੇਂਜਰ ਬਚ ਗਏ, ਪਰ ਉਹਨਾਂ ਦੇ ਵੀ ਸੱਟਾਂ ਬਹੁਤ ਲੱਗੀਆਂ। ਸੋ ਇੰਡੀਆ ਦੇ ਜਿਹੜੇ ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ ਦੇ ਆ, ਉਹ ਕਹਿੰਦੇ ਜੀ ਅਸੀਂ ਇਨਸੀਡੈਂਟ ਇਨਵੈਸਟੀਗੇਟ ਕਰ ਰਹੇ ਹਾਂ। ਸੋ ਉਹਨਾਂ ਨੇ ਕੀ ਇਨਵੈਸਟੀਗੇਟ ਕਰਨਾ, ਤੁਹਾਡੇ ਸਾਹਮਣੇ ਹੀ ਆ। ਬਹੁਤ ਜ਼ਿਆਦਾ ਉਦਾਹਰਨਾਂ ਆਉਂਦੀਆਂ ਵੀ ਜੋ ਹਾਲ ਏਅਰ ਇੰਡੀਆ ਦੀ ਜਿਹੜਾ ਫਲਾਈਟ ਦਾ ਆ, ਉਹਦੇ ਚ ਨਹੀਂ ਤੁਹਾਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਾਣਾ ਚਾਹੀਦਾ। ਬਾਰ-ਬਾਰ ਆਪਾਂ ਪੰਜਾਬੀ ਰੇਡੀਓ ਤੇ ਵੀ ਕਹਿੰਦੇ ਰਹਿੰਦੇ ਆ, ਬਹੁਤ ਲੰਮਾ ਸਮਾਂ ਤਾਂ ਪੰਜਾਬੀਆਂ ਨੇ ਏਅਰ ਇੰਡੀਆ ਬਾਈਕਾਟ ਕਰ ਰੱਖੀ, ਪਰ ਪਤਾ ਨਹੀਂ ਫਿਰ ਕਿਉਂ ਸਸਤੇ ਦੇ ਚੱਕਰ ਦੇ ਵਿੱਚ ਇਹਨਾਂ ਨੇ ਟਿਕਟਾਂ ਲੈਣੀਆਂ ਸ਼ੁਰੂ ਕਰਤੀਆਂ। ਹੁਣ 2 ਦਿਨਾਂ ਦੀ ਦੇਖ ਲਓ ਵੀ ਕੀ ਹੋਇਆ, ਵੀ ਕੱਲ ਥਾਈਲੈਂਡ ਵਾਲੀ ਫਲਾਈਟ ਦੀ, ਅੱਜ ਹੁਣ ਵੀਡੀਓ ਦੇਖਦੇ ਆ, ਜੇ ਤੁਹਾਨੂੰ ਦਿਖਾ ਸਕੇ ਤਾਂ ਚੱਲ ਰਹੀ ਇਹ ਹੈ ਵੈਨਕੂਵਰ 에ਅਰਪੋਰਟ ਦੀ ਆ ਤੇ ਕੀ ਉੱਥੇ ਦਾ ਹਾਲ ਹੈਗਾ, ਕਿੱਦਾਂ ਲੋਕ ਜਿਹੜੇ ਅਪਸੈਟ ਹੈਗੇ ਆ ਜੀ। ਵੈਨਕੂਵਰ 에ਅਰਪੋਰਟ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ, ਇਹ ਲੋਕ ਬਹੁਤ ਜ਼ਿਆਦਾ ਵਿਚਾਰੇ ਖੱਜਲ ਆ ਉਹ ਹੁੰਦੇ ਆ। ਕਈਆਂ ਦੇ ਕਈ ਤਰੀਕੇ ਦੇ ਪਲਾਨ ਹੁੰਦੇ ਆ, ਜੋ ਅਸੀਂ ਕਿਸੇ ਨੇ ਕਿਤੇ ਗਾਂਹ ਜਾਣਾ ਹੁੰਦਾ, ਕਿਤੇ ਕੁਛ ਆ, ਕਿਸੇ ਦਾ ਵਿਆਹ ਸ਼ਾਦੀ ਆ, ਕਿਸੇ ਦੇ ਦੁੱਖ ਸੁੱਖ ਆ, ਕਈ ਕੁਛ ਜਿਹੜਾ ਉਹ ਹੁੰਦਾ ਆ। ਤੇ ਬੰਦਾ ਰਿਲਾਈ ਕਰਦਾ ਆ ਇਸ ਦੇ ਉੱਤੇ ਵੀ ਕਿਸੇ ਵੀ 에ਅਰਲਾਈਨ ਦੇ ਉੱਤੇ, 에ਅਰਪੋਰਟ ਦੇ ਉੱਤੇ, ਵੀ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ। ਬਟ ਗੱਲ ਜਿਹੜੀ ਆ ਉਹ ਇਹ ਵੀ ਜਿਹੜਾ ਉਹ ਸੁਧਾਰ ਕਿਸੇ ਤਰੀਕੇ ਦਾ ਵੀ ਜਿਹੜਾ ਉਹ ਨਹੀਂ ਕਰਦੇ। ਇੰਨੇ ਸਾਲਾਂ ਤੋਂ ਨਹੀਂ ਕੀਤਾ, ਹੁਣ ਇਹਨਾਂ ਨੇ ਗਾਂਹ ਅੱਗੇ ਜਿਹੜਾ ਉਹ ਕੀ ਕਰ ਦੇਣਾ ਹੈ। ਤੁਸੀਂ ਦੇਖੋ ਵੀ ਜਿਹੜੇ ਲੋਕ ਬਚੇ ਆ ਨਾ ਰਾਜਕਰਮਜੀਤ ਸਿੰਘ ਜੀ, ਇਸ ਫਲਾਈਟ ਦੇ ਵਿੱਚ ਜਿਹੜੀ ਇਹ 320 ਫਲਾਈਟ ਜਿਹੜੀ ਥਾਈਲੈਂਡ ਤੋਂ ਦਿੱਲੀ ਗਈ ਆ, ਉਹ ਕਹਿੰਦੇ ਵੀ ਅਰਦਾਸਾਂ ਕਰ ਰਹੇ ਸੀ ਵੀ ਸਾਡਾ ਦੂਜੀ ਵਾਰੀ ਜਨਮ ਹੋਇਆ ਹੈਗਾ। ਕਹਿੰਦਾ ਇਟ ਵਾਜ਼ ਏ ਰੀਬਰਥ ਫॉर ਆਲ ਆਫ ਅਸ। ਜਿਹੜੇ ਪੈਸੇਂਜਰਸ ਆ, ਰੀਕਾਲ chaos after Air India flight hits turbulence। ਆ ਹਾਲ ਆ ਜਿਹੜਾ 에ਅਰ ਇੰਡੀਆ ਦਾ। ਤੇ 300 ਫੁੱਟ ਇੱਕਦਮ ਜਿਹੜੀ ਥੱਲੇ ਜਦੋਂ ਉਹਨਾਂ ਨੇ ਸਿੱਟੀ ਫਲਾਈਟ, ਤੇ ਉਹਦੇ ਨਾਲ ਲੋਕਾਂ ਦੀਆਂ ਹੱਡੀਆਂ ਜਿਹੜੀਆਂ ਆ ਤੇ ਸਿਰ ਜਿਹੜੇ ਆ ਉਹ ਈਵਨ ਛੱਤ ਤੱਕ ਜਾ ਕੇ ਲੱਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਭਾਰਤੀ ਜਿਹੜਾ ਅਤਵਾਦੀ ਕਹੀਏ, ਜਿਹੜਾ ਨਿਖਿਲ ਗੁਪਤਾ ਆ, ਜਿਸ ਨੇ US ਸਿਟੀਜ਼ਨ ਨੂੰ ਮਾਰਨ ਦਾ ਪਲਾਟ ਬਣਾਇਆ ਸੀ, ਅਸੈਸੀਨੇਟ ਕਰਨ ਦਾ ਪਲਾਟ ਬਣਾਇਆ ਸੀ ਇੱਕ ਜਿਹੜੇ ਸਿੱਖ ਐਕਟਿਵਿਸਟ ਆ ਉਸ ਨੂੰ, ਤੇ ਉਹਦੇ ਵਿੱਚ ਉਹਨੇ ਆਪਣੇ ਦੋਸ਼ ਜਿਹੜੇ ਆ ਉਹ ਕਬੂਲ ਲਏ ਸੀਗੇ। ਉਹ ਕਬੂਲਣ ਤੋਂ ਬਾਅਦ ਚ ਹੁਣ ਇਹ ਜਿਹੜੀ ਚੀਜ਼ ਸਾਹਮਣੇ ਆਈ ਹੈ, ਕੱਲ ਇਹ ਜਿਹੜੇ ਅਦਾਲਤੀ ਦਸਤਾਵੇਜ਼ ਸਾਹਮਣੇ ਆਏ ਆ, ਜਿਸ ਵਿੱਚ ਇਹ ਹੁਣ ਕਿਹਾ ਗਿਆ ਆ ਵੀ ਇਹਦੇ ਵਿੱਚ, ਇਸ ਕੇਸ ਦੇ ਵਿੱਚ, ਇੱਕ ਤਾਂ ਨਵੰਬਰ ਦੇ ਵਿੱਚ ਇਸ ਨੂੰ ਹੁਣ ਸਜ਼ਾ ਸੁਣਾਈ ਜਾਊਗੀ, 20 ਨਵੰਬਰ 2026 ਨੂੰ ਸਜ਼ਾ ਸੁਣਾਈ ਜਾਣੀ ਆ ਉੱਥੇ। ਤੇ ਨਾਲ ਦੇ ਨਾਲ ਜਿਸ ਸਿੱਖ ਐਕਟਿਵਿਸਟ ਨੂੰ ਅਸੈਸੀਨੇਟ ਕਰਨ ਦੀ ਇਹਦੇ ਦੁਆਰਾ ਕੋਸ਼ਿਸ਼ ਸੀ, ਗੁਰਪਤਵੰਤ ਪੰਨੂ ਨੂੰ, ਉਸ ਨੂੰ ਅਦਾਲਤ ਦੇ ਵਿੱਚ ਸੱਦ ਕੇ ਉਸ ਦੀ ਗਵਾਹੀ ਵੀ ਜਿਹੜੀ ਉਹ ਲਈ ਜਾ ਸਕਦੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਆ ਉਹ ਮੰਗ ਕੀਤੀ ਜਿਹੜੀ ਉਹ ਗਈ ਸੀਗੀ ਵੀ ਇਹਨਾਂ ਨੂੰ ਜਿਹੜਾ ਉੱਥੇ ਸੱਦਿਆ ਜਾਵੇ। ਤਾਂ ਹੁਣ ਗੁਰਪਤਵੰਤ ਪੰਨੂ ਜਿਹੜੇ ਆ ਉਹ ਉੱਥੇ ਜਾਣਗੇ ਤੇ ਸਜ਼ਾ ਤੋਂ ਪਹਿਲਾਂ ਜਿਹੜੇ ਆ ਉਹ ਉੱਥੇ ਮੌਜੂਦ ਹੋਣਗੇ। ਤੇ ਆਉਂਦੀ 20 ਨਵੰਬਰ ਨੂੰ ਭਾਰਤੀ ਅੱਤਵਾਦੀ ਨਿਖਿਲ ਗੁਪਤਾ, ਜੋ ਕਿ ਸਿੱਖ ਐਕਟਿਵਿਸਟ ਨੂੰ ਮਾਰਨ ਦੇ ਪਲਾਟ ਬਣਾ ਰਿਹਾ ਸੀ, ਅਸੈਸੀਨੇਟ ਕਰਨ ਦੇ ਪਲਾਟ ਬਣਾ ਰਿਹਾ ਸੀ, ਮਰਡਰ ਫਾਰ ਹਾਇਰ ਉਸਨੇ ਜਿਹੜੇ ਉਹ ਕਰ ਰਹੇ ਸੀਗੇ, ਜਿਹੜਾ ਕਿ DEA ਦਾ ਏਜੰਟ ਸੀਗਾ ਅੰਡਰ ਕਵਰ, ਤੇ ਉਹਦੇ ਕਰਕੇ ਜਿਹੜਾ ਉਹ ਫੜ ਹੋ ਗਿਆ ਸੀ। ਉਸ ਆਧਾਰ ਦੇ ਉੱਤੇ ਹੁਣ ਉਹਨੇ ਬਾਅਦ ਦੇ ਵਿੱਚ ਆਪਣੇ ਜਿੰਨੇ ਉਹਦੇ ਉੱਤੇ ਲਾਏ ਗਏ ਦੋਸ਼ ਸੀ ਉਹਨਾਂ ਨੂੰ ਕਬੂਲ ਕਰ ਲਿਆ ਸੀ, ਦੋਸ਼ਾਂ ਨੂੰ ਮੰਨ ਲਿਆ ਸੀਗਾ, ਤੇ ਉਹ ਦੋਸ਼ਾਂ ਦੀ ਜਿਹੜੀ ਸਜ਼ਾ ਹੈ ਇਸ ਨੂੰ 20 ਨਵੰਬਰ ਨੂੰ ਸੁਣਾਈ ਜਾਣੀ ਆ ਹੁਣ। ਤੇ ਉਦੋਂ ਕਹਿੰਦੇ ਵੀ ਪਾਰਟਿਸਿਪੇਸ਼ਨ ਅਲਾਉ ਕਰ ਦਿੱਤੀ ਗਈ ਆ ਗੁਰਪਤਵੰਤ ਪੰਨੂ ਹੁਣਾਂ ਦੀ, ਜੋ ਕਿ ਟਾਰਗੇਟ ਰਹੇ ਹੈਗੇ ਆ ਮੋਦੀ ਦੀ ਰਜੀਮ, ਇੰਡੀਅਨ ਜਿਹੜੀ ਸਟੇਟ ਆ, ਇੰਡੀਅਨ ਰਜੀਮ ਦੇ ਜਿਹੜੇ ਆ ਉਹ ਹਿੱਟ ਲਿਸਟ ਦੇ ਉੱਤੇ। ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਸੀਗਾ ਵੀ ਭਾਈ ਨਿੱਜਰ ਹੋਣਾ ਦਾ ਕਤਲ ਆ, ਅਸੈਸੀਨੇਸ਼ਨ ਆ, ਇਹਨਾਂ ਦੇ ਜਿਹੜੇ ਗੁੰਡਿਆਂ ਦੇ ਦੁਆਰਾ ਜਿਹੜੇ ਭਾਰਤੀ ਸਰਕਾਰ ਦੇ ਦੁਆਰਾ ਰਨ ਕੀਤੇ ਜਾਂਦੇ ਗੈਂਗਸਟਰਸ ਆ, ਉਹਨਾਂ ਦੇ ਜ਼ਰੀਏ ਜਿਹੜਾ ਉਹ ਕਰਵਾਇਆ ਗਿਆ ਸੀਗਾ। ਸੋ ਉਹ ਵਾਲੇ ਮਾਮਲੇ ਦੇ ਵਿੱਚ ਨਿਖਿਲ ਗੁਪਤਾ ਨੂੰ ਹੁਣ 20 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ ਤੇ ਜਿਹੜੇ ਪੰਨੂ ਆ ਉਹ ਉੱਥੇ ਮੌਜੂਦ ਹੋਣ ਦੀ ਉਹਨਾਂ ਨੂੰ ਇਜਾਜ਼ਤ ਮਿਲੀ ਆ ਜੀ। ਸੋ ਅਮਰੀਕਾ ਦੇ ਵਿੱਚ ਵੀ ਜਿਹੜੇ ਗੈਂਗਸਟਰ ਆ ਤੇ FBI ਉਹਨਾਂ ਦੇ ਪਿੱਛੇ ਐਨ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਆ। ਕਈ ਫੜੇ ਗਏ ਹੈਗੇ ਆ, ਕਈਆਂ ਦੇ ਉੱਤੇ ਇਨਾਮ ਰੱਖਿਆ ਗਿਆ ਹੈਗਾ, ਪਰ ਹਜੇ ਵੀ ਕਈ ਜਿਹੜੇ ਗੈਂਗਸਟਰਾਂ ਦੇ ਨਾਲ ਜਿਨ੍ਹਾਂ ਦੇ ਸੰਬੰਧ ਰਹੇ ਆ, ਕੋਈ ਲੀਡਰ ਆ ਉਹ ਕਹਿੰਦੇ ਅੱਜ ਕੱਲ੍ਹ ਅਮਰੀਕਾ 'ਚ ਘੁੰਮ ਰਹੇ ਆ, ਉਹ ਵੀ ਬੜੀਆਂ ਖਬਰਾਂ ਆ ਰਹੀਆਂ, ਉਹਨਾਂ ਦੀਆਂ ਵੀ ਕਹਿੰਦੇ ਰਿਪੋਰਟਿੰਗ ਹੋ ਰਹੀਆਂ ਹੈਗੀਆਂ FBI ਨੂੰ।
ਤੇ FBI ਨੇ ਪੰਜਾਬ ਪੁਲਿਸ ਦਾ ਜਿਹੜਾ ਉਹ ਇੰਸਪੈਕਟਰ ਸੀਗਾ ਨਾਗਰਾ ਜਿਹੜਾ SHO ਸੀ ਸੌਰੀ ਉਸ ਨੂੰ ਵੀ ਜਿਹੜਾ ਚਾਰਜ ਕਰ ਲਿਆ ਹੈਗਾ। ਹੁਣ ਦੇਖਦੇ ਆ ਵੀ FBI ਵਾਲੇ ਕਦੋਂ ਜਿਹੜੇ ਆ ਪੰਜਾਬ ਪੁਲਿਸ ਵਾਲੇ ਨੂੰ ਚੱਕ ਕੇ ਲਿਆਂਦੇ ਆ, ਪਰ ਉਸ ਨੂੰ ਚਾਰਜ ਕਰ ਲਿਆ। ਪਰ ਇਹ ਸਾਰੇ ਕਾਸੇ ਦੇ ਵਿੱਚ ਇੱਕ ਬੜੀ ਹੈਰਾਨੀ ਦੀ ਗੱਲ ਆ, ਜਦੋਂ ਤੋਂ ਹੀ ਕੁਛ ਕੁ ਜਿਹੜੇ ਗੈਂਗਸਟਰ ਫੜੇ ਹੈਗੇ ਆ, ਪੁਲਿਸ ਵਾਲੇ ਦਾ ਨਾਮ ਆਇਆ ਪੰਜਾਬ ਵਾਲੇ ਦਾ ਵਿੱਚ, ਤੇ ਉਤੋਂ ਕਹਿੰਦੇ ਵੀ ਜਿਹੜੀਆਂ ਫਰੌਤੀਆਂ ਸੀਗੀਆਂ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਘਟੀਆਂ ਹੀ ਘਟੀਆਂ, ਪਰ ਇੰਡੀਆ ਦੇ ਵਿੱਚ ਵੀ ਜਿਹੜੇ ਆ ਲੋਕਾਂ ਤੋਂ ਜਿਹੜੇ ਪੈਸੇ ਮੰਗੇ ਜਾਂਦੇ ਸੀ ਉਹਨਾਂ 'ਚ ਵੀ ਬਹੁਤ ਜ਼ਿਆਦਾ ਜਿਹੜੀਆਂ ਘਾਟਾ ਹੋਇਆ ਹੈਗਾ। ਸੋ ਕਾਫੀ ਲੋਕ ਜਿਹੜੇ ਆ ਉੱਥੇ ਵੀ ਬਹੁਤ ਪਰੇਸ਼ਾਨ ਸੀ। ਉਹ ਕਹਿੰਦੇ ਵੀ ਹੁਣ ਉਹਨਾਂ ਨੇ ਰਾਹਤ ਜਿਹੜੀ ਆ ਉਹਨਾਂ ਨੂੰ ਕੁਛ ਮਿਲੀ ਹੈਗੀ ਆ। ਜੀ ਬਿਲਕੁਲ। ਇਹ ਬੜੀ ਇੰਪੋਰਟੈਂਟ ਜਿਹੜੀ ਉਹ ਚੀਜ਼ ਜਿਹੜੀ ਉਹ ਹੋਈ ਆ, ਤੇ ਉਹਦੇ ਨਾਲ ਬੜਾ ਵਧੀਆ ਹੋਇਆ। ਨਾਗਰੇ ਦੇ ਜਿਹੜਾ SHO ਆਈ ਥਿੰਕ ਨਾਗਰਾ ਹੀ ਸੀ ਉਸਦਾ ਨਾਮ, ਵੀ ਉਸ ਤਰੀਕੇ ਦੇ ਨਾਲ ਅੱਜ ਤਾਂ ਜਿਹੜਾ ਹਰਜੋਤ ਸਿੰਘ ਜੀ ਉੱਥੇ ਇਹਦੇ ਨਾਲ ਜਿਹੜਾ ਲੋਕਾਂ ਨੂੰ ਸਾਹ ਤਾਂ ਜਿਹੜਾ ਆਉਣਾ ਹੀ ਆ, ਪਰ ਇਹ ਵਾਕਿਆ ਹੀ ਬੜੀ ਹੈਰਾਨੀ ਵਾਲੀ ਜਿਹੜੀ ਗੱਲ ਆ ਵੀ ਉਸ ਕਰਪਟ ਸਿਸਟਮ ਤੇ ਜਿਹੜੇ ਪੋਲੀਟੀਸ਼ੀਅਨ ਜਦੋਂ ਇੱਥੇ ਆ ਕੇ ਘੁੰਮਦੇ ਨੇ, ਤੇ ਉਹਨਾਂ ਸਫ਼ਿਆਂ ਦੇ ਵਿੱਚ ਜਿਹੜਾ ਉਹ ਘੁੰਮਦੇ ਆ ਜਿਨ੍ਹਾਂ ਤੋਂ ਤੁਹਾਨੂੰ ਆਸਾਂ ਉਮੀਦਾਂ ਹੋਰ ਤਰੀਕੇ ਦੀਆਂ ਹੁੰਦੀਆਂ ਆ, ਤੇ ਉਹ ਬੰਦੇ ਨੂੰ ਫਿਰ ਸਮਝ ਨਹੀਂ ਆਉਂਦੀ ਵੀ ਚੱਲ ਕੀ ਜਿਹੜਾ ਅੰਦਰ ਖਾਤੇ ਰਿਹਾ ਹੁੰਦਾ ਆ। ਤੇ ਉਹੀ ਬੰਦੇ ਜਿਹੜੇ ਉਹ ਮੋਹਰੇ ਹੁੰਦੇ ਆ, ਉਹੀ ਬਾਅਦ ਦੇ ਵਿੱਚ ਇੱਕ ਪਾਸੇ ਖੜੇ ਹੁੰਦੇ, ਉਹੀ ਦੂਜੇ ਪਾਸੇ ਖੜ ਜਾਂਦੇ ਆ। ਸੋ ਇਹ ਸਿਚੁਏਸ਼ਨ ਨੂੰ ਜ਼ਰੂਰ ਜਾਣਨ ਦੀ ਜਿਹੜੀ ਉਹ ਜ਼ਰੂਰਤ ਹੈਗੀ। ਪਰ ਇਹ ਵੀ ਗੱਲ ਆ ਹਰਜੋਤ ਸਿੰਘ ਜੀ ਵੀ ਆਈ ਥਿੰਕ ਜਿਹੜੇ ਨਿੱਜੀ ਮਫਾਦ ਆ ਉੱਥੇ ਜਿਹੜੇ ਉਹਨਾਂ ਦੀਆਂ ਚੀਜ਼ਾਂ ਆ, ਉਹਦੇ ਕਰਕੇ ਲੋਕ ਮੈਨੂੰ ਲੱਗਦਾ ਇਹਨਾਂ ਦੇ ਪੋਲੀਟੀਸ਼ੀਅਨਾਂ ਦੇ ਨਾਲ ਜ਼ਿਆਦਾ ਜਿਹੜਾ ਉਹ ਜੁੜ ਰਹੇ ਹੁੰਦੇ ਆ। ਸੋ ਇਹ ਜਿਹੜੀ ਇੱਕ ਵਾਰੀ ਫੇਰ ਆਪਾਂ ਜਿੱਦਾਂ FBI ਵਾਲੀ ਬੇਨਤੀ ਕਰ ਰਹੇ ਆ, ਉਹਨਾਂ ਨੇ ਪੰਜਾਬੀ 'ਚ ਪੋਸਟਰ ਜਾਰੀ ਕੀਤੇ ਆ ਸਾਰੇ, ਕਈ ਗੁਰੂ ਘਰਾਂ ਦੇ ਵਿੱਚ ਮੈਨੂੰ ਲੱਗਦਾ ਲਾਏ ਵੀ ਗਏ ਆ ਪੋਸਟਰ, ਜਿੱਥੇ ਨਹੀਂ ਲੱਗੇ ਲਾਣੇ ਵੀ ਚਾਹੀਦੇ ਆ। ਜਿੰਨੇ ਵੀ ਇਹ ਜਿਹੜੇ ਹੈਗੇ ਆ ਵਾਂਟਡ FBI ਵੱਲੋਂ, ਉਹਨਾਂ ਨੂੰ ਜੇ ਕੋਈ ਵੀ ਇਨਫੋਰਮੇਸ਼ਨ ਆ ਰਿਪੋਰਟ ਕਰੋ। ਐਜ਼ ਏ ਅਮਰੀਕਨ ਸਿਟੀਜ਼ਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਇਹ ਰਿਪੋਰਟ ਕੀਤਾ ਜਾਵੇ, ਤਾਂ ਕਿ ਅਮਰੀਕਾ ਨੂੰ ਵੀ ਇੰਡੀਆ ਵਰਗਾ ਮੁਲਕ ਨਾ ਬਣਾਇਆ ਜਾ ਸਕੇ। ਸੋ ਬਹੁਤ ਕੋਸ਼ਿਸ਼ ਹੋ ਰਹੀ ਆ ਵੀ ਇੱਥੇ ਉਦਾਂ ਦਾ ਹੀ ਕੰਮ ਜਿਹੜਾ ਕੀਤਾ ਜਾਵੇ। ਹਰ ਇੱਕ ਬੰਦੇ ਦਾ ਜਿਹੜਾ ਅਮਰੀਕਨ ਸਿਟੀਜ਼ਨ ਆ ਉਹਦਾ ਫਰਜ਼ ਬਣਦਾ, ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਆ ਵੀ ਇਹ ਬੰਦੇ ਆ ਗਲਤ ਹੈਗਾ ਆ, ਤੇ FBI ਨੂੰ ਚਾਹੀਦਾ ਆ ਤੇ ਉਸ ਨੂੰ ਜਿਹੜਾ FBI ਦੇ ਨੰਬਰਾਂ ਤੇ ਕਾਲ ਕਰਕੇ ਰਿਪੋਰਟ ਕੀਤਾ ਜਾਵੇ। ਜੀ ਇੱਕ ਹੋਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਆ, ਤੇ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repair. ब्रेक तो बाद एक बारी फिर सब का स्वागत है। हरजोत सिंह जी, जी आਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਇੱਕ ਦੋ ਖਬਰਾਂ ਆਪਾਂ ਜਿਹੜੀਆਂ ਆਈਸ ਨਾਲ ਰਿਲੇਟਡ ਸਾਂਝੀਆਂ ਕਰਦੇ ਹਾਂ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਇੱਕ ਵਾਰੀ ਫੇਰ ਜਿਹੜਾ ਸੈਕੰਡ ਕਹਿੰਦੇ ਵੀ ਆਪਰੇਸ਼ਨ ਹਾਈਵੇ ਸ਼ੀਲਡ ਕੀਤਾ ਹੈਗਾ, ਜਿਹਦੇ ਤਹਿਤ ਉਹਨਾਂ ਨੇ 800 ਜਿਹੜੇ ਖਤਰਨਾਕ ਕਹਿੰਦੇ ਟਰੱਕਰ ਸੀਗੇ ਤੇ ਅਨਸੇਫ ਕਮਰਸ਼ੀਅਲ ਵਹੀਕਲਸ ਤੋਂ ਉਹਨਾਂ ਨੇ ਰਿਮੂਵ ਕੀਤੇ ਆ। 3 ਦਿਨਾਂ ਦਾ ਆਪਰੇਸ਼ਨ ਇਹ ਇਲੀਨੋਇਸ ਸਟੇਟ, ਇੰਡੀਆਨਾ, ਆਇਓਵਾ ਤੇ ਓਹਾਇਓ ਦੇ ਵਿੱਚ ਹੋਇਆ। ਕਹਿੰਦੇ ਵੀ 51 ਇਲੀਗਲ ਇਮੀਗ੍ਰੈਂਟ ਡਿਟੇਨ ਕੀਤੇ ਗਏ ਆ। 766 ਅਨਸੇਫ ਡਰਾਈਵਰ ਤੇ ਵਹੀਕਲਸ ਉਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ। 86 ਆਪਰੇਟਰਸ ਅਰੈਸਟ ਕੀਤੇ ਗਏ ਆ ਫॉर ਡੇਂਜਰਸ ਕੰਡਕਟ। 36 ਜਿਹੜੇ ਆ ਇੰਗਲਿਸ਼ ਲੈਂਗੁਏਜ ਵਾਇਲੇਸ਼ਨਸ, ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਸੀ, ਉਹਨਾਂ ਨੂੰ ਇਸ਼ੂ ਕੀਤੇ ਗਏ ਆ ਤੇ $1 ਮਿਲੀਅਨ ਜਿਹੜਾ ਆ ਕਾਰਗੋ ਚੋਰੀ ਹੋਇਆ ਉਹ ਰਿਕਵਰ ਕੀਤਾ ਹੈਗਾ ਆ। ਸੋ ਇਹ ਇੱਕ ਸੈਕੰਡ ਆਪਰੇਸ਼ਨ ਪਿਛਲੇ ਹਫਤੇ ਕੀਤਾ ਗਿਆ ਸੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ। ਸੋ ਕੱਲਾ ਇਹ ਨਹੀਂ ਹੈ, ਅਸੀਂ ਇਹ ਸਾਡੀ ਖਬਰਾਂ ਜਿਹੜੀਆਂ ਦੇਣ ਦਾ ਮਕਸਦ ਕਈ ਵਾਰ ਇਹ ਹੁੰਦਾ ਵੀ ਸਾਰੇ ਧਿਆਨ ਨਾਲ ਸੁਣੋ, ਜਿਨ੍ਹਾਂ ਦਾ ਕੋਈ ਇਮੀਗ੍ਰੇਸ਼ਨ ਪੇਪਰ ਵਰਕ ਪ੍ਰੋਬਲਮ ਆ, ਕੁਛ ਵੀ ਆ, ਸਾਰੇ ਕੇਅਰਫੁਲ ਰਹੋ, ਸਾਰਿਆਂ ਨੂੰ ਪਤਾ ਹੋਵੇ ਵੀ ਕੀ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ। ਇਹ ਨਹੀਂ ਹੈ ਵੀ ਤੁਸੀਂ ਇਲੀਗਲ ਆ, ਲੀਗਲ ਆ, ਸਿਟੀਜ਼ਨ ਆ। ਅਗਲੀ ਖਬਰ ਜਿਹੜੀ ਮੈਂ ਸਾਂਝੀ ਕਰਨੀ ਬੜੀ ਹੈਰਾਨ ਕਰਨ ਵਾਲੀ ਆ। ਆਈਸ ਵਾਲਿਆਂ ਨੇ ਦਰਜਨਾਂ ਦੇ ਕਰੀਬ ਜਿਹੜੇ US ਟਰੂਪਸ ਦੇ ਰਿਲੇਟਿਵਸ ਆ ਉਹਨਾਂ ਨੂੰ ਅਰੈਸਟ ਕੀਤਾ ਤੇ ਕਈਆਂ ਨੂੰ ਡਿਪੋਰਟ ਵੀ ਕਰ ਦਿੱਤਾ। ਕਹਿੰਦੇ ਵੀ 50 ਦੇ ਕਰੀਬ ਪੇਰੈਂਟਸ ਤੇ ਸਪਾਊਸਸ, ਹਸਬੈਂਡ ਵਾਈਫ ਜਿਹੜੇ ਆ ਐਕਟਿਵ ਡਿਊਟੀ US ਟਰੂਪਸ ਦੇ ਆ, ਉਹ ਡਿਟੇਨ ਕੀਤੇ ਗਏ ਆ ਤੇ 6 ਜਿਹੜੇ ਆ ਆਲਰੇਡੀ ਡਿਪੋਰਟ ਕੀਤੇ ਜਾ ਚੁੱਕੇ ਆ। ਇਹ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਇੱਕ ਕ੍ਰੈਕਡਾਊਨ ਚੱਲ ਰਿਹਾ ਇਮੀਗ੍ਰੇਸ਼ਨ ਦੇ ਉੱਤੇ। 8 ਇਮੀਡੀਏਟ ਫੈਮਿਲੀ ਮੈਂਬਰ ਤੇ ਸਰਵਿਸ ਮੈਂਬਰ ਜਿਹੜੇ ਕਰੰਟਲੀ ਆਈਸ ਕਸਟਡੀ ਦੇ ਵਿੱਚ ਹੈਗੇ ਆ। ਕਹਿੰਦੇ ਵੀ ਜਿਹੜੇ ਮਿਲਟਰੀ ਦੇ ਫੈਮਿਲੀ ਮੈਂਬਰਸ ਆ ਉਹਨਾਂ ਨੂੰ ਜਦੋਂ ਕਿਤੇ ਕੋਈ ਇਮੀਗ੍ਰੇਸ਼ਨ ਅਪਾਇੰਟਮੈਂਟ ਤੇ ਗਿਆ ਜਾਂ ਇੱਕ ਵਾਲਮਾਰਟ ਤੇ ਸੀਗਾ, ਉੱਥੋਂ ਉਹਨਾਂ ਨੂੰ ਚੱਕ ਲਿਆ ਗਿਆ ਤੇ ਜਿਹੜਾ ਹੁਣ ਅਰੈਸਟ ਕਰ ਲਿਆ ਗਿਆ। ਕੁਛ ਨੂੰ ਡਿਪੋਰਟ ਵੀ ਕਰ ਲਿਆ ਗਿਆ। ਹਾਲਾਂਕਿ ਕਹਿੰਦੇ ਹੈ ਤਾਂ ਬਾਰ-ਬਾਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਰ ਰਿਹਾ ਸੀ ਵੀ ਜਿਨ੍ਹਾਂ ਦੇ ਕੋਲ ਲੀਗਲ ਸਟੇਟਸ ਨਹੀਂ ਜਾਂ ਉਹ ਆਰਮੀ ਨੂੰ ਜੁਆਇਨ ਕਰਨਾ ਚਾਹੁੰਦੇ ਆ, ਇਹ ਪੁਰਾਣਾ ਰੂਲ ਹੈਗਾ ਤੇ ਉਹ ਆਰਮੀ ਜੁਆਇਨ ਕਰ ਸਕਦੇ ਆ ਤੇ ਉਹਨਾਂ ਨੂੰ ਜਿਹੜਾ ਲੀਗਲ ਸਟੇਟਸ ਮਿਲ ਜਾਂਦਾ ਜਦੋਂ ਆਨਰੇਬਲੀ ਉਹ ਸਰਵ ਕਰਦੇ ਹੈਗੇ ਆ। ਇਹ ਪ੍ਰੈਜ਼ੀਡੈਂਟ ਬੁਸ਼ ਉਹਨਾਂ ਨੇ ਇੱਕ ਜਿਹੜਾ ਰੂਲ ਆ ਉਹ ਲਾਗੂ ਕੀਤਾ ਸੀ ਇਰਾਕ ਵਾਰ ਦੇ ਦੌਰਾਨ 2007 ਦੇ ਵਿੱਚ। ਤੇ ਇਹਦੇ ਵਿੱਚ ਇੱਕ ਵਿਲਿਸ਼ ਵਾਲੇ ਨਾਮ ਦਾ 23 ਸਾਲਾਂ ਦਾ ਇੱਕ ਫੌਜੀ ਆ। ਉਹ ਕਹਿੰਦੇ ਬੇਸਿਕਲੀ ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਸਰਵ ਕਰੋਗੇ ਤੇ ਆਨਰੇਬਲੀ ਸਰਵ ਕਰੋਗੇ ਤੇ ਤੁਹਾਨੂੰ
ਤੁਹਾਨੂੰ ਇਮੀਗ੍ਰੇਸ਼ਨ ਸਟੇਟਸ ਮਿਲੂਗਾ ਸਾਰਾ ਕੁਝ, ਤੇ ਤੁਸੀਂ ਪੇਰੈਂਟਸ ਦੀ ਵੀ ਹੈਲਪ ਕਰ ਸਕਦੇ ਹੈਗੇ ਆ। ਤੇ ਕਹਿੰਦੇ ਵੀ ਪਰਫੈਕਟ ਵਰਲਡ 'ਚ ਤਾਂ ਮੈਂ ਵੀ ਇਹ ਵਿਸ਼ ਕੀਤਾ ਸੀ ਵੀ ਮੇਰੀ ਸਰਵਿਸਿਜ਼ ਕਰਕੇ ਘੱਟੋ ਘੱਟ ਮੇਰੀ ਵਾਈਫ ਨੂੰ ਜਾਂ ਮੇਰੇ ਜਿਹੜੇ ਪੇਰੈਂਟਸ ਆ ਉਹਨਾਂ ਦੀ ਹੈਲਪ ਹੋਊਗੀ। ਪਰ ਹੁਣ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰ ਦਿੱਤੀ ਆ ਵੀ ਜਿਹੜੇ ਯੂਐਸ ਦੇ ਵਿੱਚ ਸਰਵਿਸ ਕਰ ਰਹੇ ਹੈਗੇ ਆ ਉਹਨਾਂ ਦੇ ਰਿਲੇਟਿਵਸ ਵੀ 50 ਦੇ ਕਰੀਬ ਜਿਹੜੇ ਆ ਅਰੈਸਟ ਹੋਏ ਆ ਤੇ 8 ਜਾਣੇ ਡਿਪੋਰਟ ਹੋ ਚੁੱਕੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਇਹ AI ਦੇ ਨਾਲ ਸੰਬੰਧਿਤ ਆ। ਐਂਥਰੋਪਿਕ ਦਾ ਟੌਪ ਦਾ ਜਿਹੜਾ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਉਹਨੇ ਨਕਲੀ ਆਈਡੈਂਟੀਟੀਜ਼, ਫੇਕ ਆਈਡੈਂਟੀਟੀਜ਼ ਬਣਾ ਕੇ ਅਸਲੀ ਲੋਕਾਂ ਨੂੰ ਡਿਸੀਵ ਕੀਤਾ। ਕਹਿੰਦੇ ਵੀ ਬ੍ਰਿਟੇਨ ਦੀ AI ਸਿਕਿਉਰਿਟੀ ਇੰਸਟੀਚਿਊਟ ਦੇ ਦੁਆਰਾ ਇਹ ਐਗਜ਼ਾਮਪਲ ਹੁਣ ਸਾਂਝੀ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਇੱਕ ਵਾਰੀ ਫੇਰ AI ਦਾ ਇਹ ਮਾਡਲ ਉਹ ਰੋਕ ਗਿਆ ਆ, ਉਹ ਆਪਣੀਆਂ ਹੱਦਾਂ ਨੂੰ ਉਹਨੇ ਤੋੜਿਆ ਹੈਗਾ ਆ। ਐਂਥਰੋਪਿਕ ਦੇ ਓਪਨ AI ਦੇ ਜਿਹੜੇ ਮਾਡਲ ਆ ਉਹ ਟੈਸਟ ਕੀਤੇ ਜਾ ਰਹੇ ਸੀਗੇ ਲੋਵਰਡ ਸਿਕਿਉਰਿਟੀ ਗਾਰਡ ਰੇਲਸ ਦੇ ਵਿੱਚ, ਲੈਬ ਇਨਵਾਇਰਮੈਂਟਸ ਦੇ ਵਿੱਚ। ਪਹਿਲਾਂ ਜਿਹੜਾ ਉਹ ਦੇਖਿਆ ਗਿਆ ਵੀ ਇਹ ਜਿਹੜਾ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਕਿਤੇ ਲੋਕਾਂ ਨੂੰ ਉਹਨਾਂ ਨੇ ਭਰਮਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ, ਤੇ ਫਿਰ ਉਹਨਾਂ ਨੇ ਜਿਹੜਾ ਅਨਸੈਂਕਸ਼ਨਡ ਟਾਸਕ ਸੀਗਾ ਉਸ ਨੂੰ ਸਿਰੇ ਜਿਹੜਾ ਉਹ ਚਾੜਿਆ। ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਨੇ ਵੀ ਇਨਸਾਨ ਨੂੰ ਸਕੈਮ ਜਿਹੜਾ ਉਹ ਕਰਦੇ ਆ, ਠੱਗਦੇ ਆ, ਨਕਲੀ ਜਿਹੜਾ ਉਹ ਬਣ ਕੇ, ਕਹਿੰਦੇ ਵੀ ਉਸੇ ਹੀ ਤਰੀਕੇ ਦੇ ਨਾਲ ਇਹ ਜਿਹੜੇ ਮਾਡਲ ਸੀਗੇ AI ਦੇ ਏਜੰਟ ਆ, ਉਹਨਾਂ ਨੇ ਨਕਲੀ ਆਇਡੈਂਟੀਟੀਜ਼ ਆਪਣੀਆਂ ਧਾਰ ਕੇ ਅਸਲੀ ਲੋਕਾਂ ਨੂੰ ਠੱਗਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ, ਉਹਨਾਂ ਨੂੰ ਭਰਮਾਇਆ ਜਿਹੜਾ ਇਸ ਦੇ ਵਿੱਚ ਹੈਗਾ ਆ। ਕਹਿੰਦੇ ਵੀ ਇਹ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਦੇਖਣ ਨੂੰ ਜਿਹੜਾ ਉਹ ਮਿਲਿਆ ਹੈਗਾ ਆ। ਸੋ ਕਹਿੰਦੇ ਵੀ ਕਈ ਜਿਹੜੇ ਸਾਈਬਰ ਸਿਕਿਉਰਿਟੀ ਚੈਲੰਜਸ ਆ ਇਸ ਇੰਸਟੀਚਿਊਟ ਦੇ ਦੁਆਰਾ ਰਨ ਜਿਹੜੇ ਉਹ ਕੀਤੇ ਗਏ, ਜਿਨ੍ਹਾਂ ਵਿੱਚ 122 ਚ ਉਹਨਾਂ ਨੇ ਦੇਖਿਆ ਵੀ 10 ਵਾਰ AI ਏਜੰਟਸ ਨੇ ਆਪਣੇ ਆਪ ਅਨਸੈਂਕਸ਼ਨਡ ਐਕਸ਼ਨ ਇਸ ਤਰੀਕੇ ਦੇ ਨਾਲ ਅਸਲੀ ਲੋਕਾਂ ਨੂੰ ਠੱਗਣ ਵਾਲਾ ਜਿਹੜਾ ਉਹ ਅਪਣਾਇਆ ਹੈਗਾ ਆ। ਸੋ ਉਹ ਤਾਂ ਦੇਖੋ ਹਰਜੋਤ ਸਿੰਘ ਜੀ, AI ਦੇ ਜਿਹੜੇ ਮਾਡਲ ਆ ਉਹ ਇਨਸਾਨੀ ਚੀਜ਼ਾਂ ਤੋਂ ਹੀ ਜਿਹੜਾ ਉਹ ਸਿੱਖ ਰਹੇ ਆ, ਤੇ ਉਹਨੇ ਵੀ ਦੇਖਿਆ ਹੀ ਹੋਣਾ ਆ ਵੀ ਇਹੀ ਕੁਝ ਲੋਕ ਕਰਦੇ, ਤੇ ਚਲ ਮੈਂ ਵੀ ਕਿਉਂ ਪਿੱਛੇ ਜਿਹੜਾ ਆ ਇਸ ਚੀਜ਼ ਦੇ ਵਿੱਚ ਜਿਹੜਾ ਉਹ ਰਵਾਂ। ਤੇ ਕਿਉਂਕਿ ਇਹ ਸੋਫਿਸਟੀਕੇਟਡ ਮਾਡਲ ਇੰਨੇ ਹੁੰਦੇ ਆ, ਆਮ ਬੰਦੇ ਨੂੰ ਠੱਗਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਸੌਖਾ ਇਹਨਾਂ ਦੇ ਲਈ ਜਿਹੜਾ ਉਹ ਹੋ ਜਾਊਗਾ। ਤੇ ਇੱਥੇ ਇਹ ਵੀ ਇੱਕ ਕੁਐਸਚਨ ਨਾਲ ਆਊਗਾ ਵੀ ਜਿਹੜੇ ਗਾਰਡ ਰੇਲਸ ਆ, ਸਿਕਿਉਰਿਟੀਜ਼ ਜਿਹੜੀਆਂ ਹੋਣੀਆਂ ਚਾਹੀਦੀਆਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ, AI ਏਜੰਟਸ ਕਿੱਦਾਂ ਕੰਮ ਕਰਨ, ਕਿਹੜੇ ਇਨਵਾਇਰਮੈਂਟਸ ਦੇ ਵਿੱਚ ਇਹ ਕੰਮ ਕਰਨ, ਤੇ ਕਿੰਨਾ ਕਿ ਆਟੋਨੋਮਸ ਜਿਹੜੇ ਉਹ ਹੋਣੇ ਚਾਹੀਦੇ ਆ, ਉਸ ਦੇ ਵੀ ਜਿਹੜੇ ਹੁਣ ਨਾਲ ਇਹ ਜਿਹੜੇ ਸਵਾਲ ਆ ਉਹ ਉੱਠਦੇ ਹੈਗੇ ਆ। ਤੇ ਜਾਂਦੇ ਇਕਨੋਮੀ ਦੀ ਗੱਲ ਕਰਦੇ ਜਾਈਏ ਤੇ ਪ੍ਰਾਈਵੇਟ ਕੰਪਨੀਆਂ ਨੇ 44,000 ਜੌਬਾਂ ਜਿਹੜੀਆਂ ਜੁਲਾਈ ਮਹੀਨੇ 'ਚ ਕ੍ਰੀਏਟ ਕੀਤੀਆਂ। ਇਹ ਕਾਫੀ ਐਕਸਪੈਕਟੇਸ਼ਨ ਜਿਹੜੀ ਆਸ ਸੀਗੀ ਉਹ ਤੋਂ ਕਾਫੀ ਹੈਗਾ। ADP ਦੇ ਰਿਪੋਰਟ ਦੇ ਮੁਤਾਬਕ ਪਿਛਲੇ ਮਹੀਨੇ 95,000 ਜੌਬਾਂ ਕ੍ਰੀਏਟ ਹੋਈਆਂ ਸੀਗੀਆਂ। ਸੋ ਜਿਹੜੀਆਂ ਵੀ ਜੌਬਸ ਕ੍ਰੀਏਟ ਹੋਈਆਂ ਹੈਗੀਆਂ ਉਹ ਸਿਰਫ ਹੈਲਥ ਕੇਅਰ ਰਿਲੇਟਡ ਸੈਕਟਰਸ ਦੇ ਵਿੱਚ ਹੋਈਆਂ ਤੇ ਗੁੱਡ ਪ੍ਰੋਡਿਊਸਿੰਗ ਇੰਡਸਟਰੀਅਲ ਜਿਹੜੀਆਂ ਇੰਡਸਟਰੀਜ਼ ਹੈਗੀਆਂ ਉਹਨਾਂ ਦੇ ਵਿੱਚ ਨਹੀਂ ਇੰਨੀਆਂ ਜੌਬਸ ਇਹ ਕ੍ਰੀਏਟ ਹੋਈਆਂ ਹੈਗੀਆਂ। ਸੋ ਇਹ ਜੋ ਨਵੀਂ ਅਪਡੇਟ ਆਈ ਆ, ਕਹਿੰਦੇ ਘੱਟੋ ਘੱਟ ਡਾਓ ਜੋਨਸ ਐਕਸਪੈਕਟ ਕਰ ਰਿਹਾ ਸੀ ਵੀ 75,000 ਜੌਬਸ ਕ੍ਰੀਏਟ ਹੋ ਗਈਆਂ, ਪਰ ਸਿਰਫ 44,000 ਜੌਬਸ ਹੀ ਜੁਲਾਈ ਮਹੀਨੇ ਦੇ ਵਿੱਚ ਕ੍ਰੀਏਟ ਹੋਈਆਂ ਹੈਗੀਆਂ। ਬਾਕੀ IT ਸੈਕਟਰ 'ਚ ਤੁਹਾਨੂੰ ਪਤਾ ਹੀ ਆ ਵੀ ਲੇ ਆਫ ਕਾਫੀ ਵੱਡੇ ਲੈਵਲ ਦੇ ਉੱਤੇ ਚੱਲ ਰਹੀ ਆ। ਕੋਈ ਨਾ ਕੋਈ ਹਰ ਰੋਜ਼ ਤੁਹਾਡੇ ਨਾਲ ਕੰਪਨੀ ਸ਼ੇਅਰ ਕਰਦੇ ਰਹਿੰਦੇ ਵੀ ਕਿਹੜੀ ਕੰਪਨੀ ਦੇ ਵਿੱਚ ਲੇ ਆਫ ਚੱਲ ਰਹੀ ਹੈ ਜੀ। ਤੇ ਹਰਜੋਤ ਸਿੰਘ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ, ਤੇ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।